ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਰੋਂ ਮਹੱਲਾ ਤੀਜਾ। ਮੇਰੀ ਪਟਿਆ ਲਿਖੋ ਹਰ ਗੋਬਿੰਦ ਗੋਪਾਲਾ, ਦੂਜੇ ਪਾਏ ਫਾਥੇ ਜਮ ਜਾਲਾ। ਸਤਿਗੁਰ ਕਰੇ ਮੇਰੀ ਪ੍ਰਿਤਪਾਲਾ, ਹਰ ਸੁਖ ਦਾਤਾ ਮੇਰੇ ਨਾਲਾ। ਗੁਰ ਉਪਦੇਸ਼ ਪ੍ਰਹਲਾਦ ਹਰਿ ਉਚਰੇ, ਸਾਸਨਾ ਤੇ ਵਾਲਕ ਗਮ ਨ ਕਰੇ। ਰਹਾਉ ਮਾਤਾ ਉਪਦੇਸੇ ਪ੍ਰਹਲਾਦ ਪਿਆਰੇ, ਪੁੱਤਰ ਰਾਮ ਨਾਮ ਛੋਡੋ ਜਿਉ ਲਿਹੋ ਅਵਾਰੇ। ਪ੍ਰਹਲਾਦ ਕਹੈ ਸੁਨੋ ਮੇਰੀ ਮਾਈ, ਰਾਮ ਨਾਮ ਨਾ ਛੋਡਾਂ ਗੁਰ ਦੀਆ ਬਜਾਈ। ਸੰਡਾ ਮਰਕਾ ਸਭ ਜਾਏ ਪੁਕਾਰੀ, ਪ੍ਰਹਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ। ਦੁਸ਼ਟ ਸਵਾ ਮੈਂ ਮੰਤਰ ਪਕਾਇਆ, ਪ੍ਰਹਲਾਦ ਕਾ ਰਾਖਾ ਹੋਈ ਰਗਰਾਇਆ। ਹਾਥ ਖੜਗ ਕਰ ਧਾਇਆ ਅਤ ਹੰਕਾਰ, ਹਰ ਤੇਰਾ ਕਹਾਂ ਤੁਝ ਲਏ ਉਬਾਰ। ਖਿਨ ਮੇ ਪੈ ਰੂਪ ਨਿਕਸਿਆ ਥੰਮ ਉਪਾੜ, ਰਣਾਕਸ ਨਖੀ ਵਿਦਾਰਿਆ ਪ੍ਰਹਲਾਦ ਲਿਆ ਵਾਰ। ਸੰਤ ਜਨਾ ਕੈ ਹਰ ਜਿਉ ਕਾਰਜ ਸਵਾਰੇ, ਪ੍ਰਹਲਾਦ ਜਨ ਕੇ ਅਕੀ ਕੁਲ ਉਦਾਰੇ। ਗੁਰ ਕੈ ਸ਼ਬਦ ਹਉਮੈ ਬਿਖ ਮਾਰੇ, ਨਾਨਕ ਰਾਮ ਨਾਮ ਸੰਤ ਨਿਸਤਾਰੇ। ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਇਹ ਭਗਤ ਪ੍ਰਹਲਾਦ ਜੀ ਬਾਰੇ ਆਪਾਂ ਨੂੰ ਚਾਨਣ ਪਾ ਰਹੇ ਹਾਂ, ਕਿਉਂਕਿ ਪਿੱਛੇ ਤੋਂ ਜਿੰਨੀਆਂ ਵੀ ਪ੍ਰਚਲਿਤ ਮੱਤਾਂ ਚੱਲਦੀਆਂ ਆਈਆਂ ਅਸੀਂ ਕਰਦੇ ਹੀ ਆਏ ਹਾਂ, ਸਾਰੇ ਕਰਦੇ ਰਹਿਣਗੇ, ਐਵੇਂ ਇਹ ਸੰਸਾਰ ਚੱਲਦਾ ਰਹੂਗਾ। ਕੋਈ ਵੀ ਸਿੱਖ ਸੰਗਤ ਚੌਂ ਵਰਨਾ ਕੋ ਉਪਦੇਸ਼ ਸਾਂਝਾ ਗੁਰ ਸ਼ਬਦ ਦੀ ਕਮਾਈ ਕਰੂਗਾ, ਗੁਰੂ ਦੇ ਭਾਣੇ ਅਨੁਸਾਰ ਚੱਲੂਗਾ। ਕੋਈ ਵੀ ਹੋ ਸਕਦਾ ਵਾ, ਆਤਮਾ ਦਾ ਕੋਈ ਰੂਪ ਨਹੀਂ ਹੁੰਦਾ, ਆਤਮਾ ਦੀ ਕੋਈ ਕੁੱਲ ਨਹੀਂ ਹੁੰਦੀ। ਇਹ ਕੁੱਲਾਂ ਸਾਡੇ ਜਿਹੜੀਆਂ ਹੈਗੀਆਂ ਨੇ ਸਰੀਰ ਕਰਕੇ ਹੀ ਨੇ, ਇੱਥੇ ਸੰਸਾਰ ਕਰਕੇ ਨੇ। ਜਿੰਨੇ ਪਿੱਛੇ ਅਸੀਂ ਦੇਖਦੇ ਹਾਂ ਦਿਵ ਦ੍ਰਿਸ਼ਟੀ ਨਾਲ ਸਤਿਗੁਰਾਂ ਦੇ ਗੁਰ ਸ਼ਬਦ ਦੇ ਗਿਆਨ ਦੇ ਪ੍ਰਕਾਸ਼ ਰੂਪ ਨਾਲ, ਵੀ ਜਿੰਨੀਆਂ ਅਸੀਂ ਪਿੱਛੇ ਬੱਤਾਂ ਕਰਦੇ ਆਏ ਹਾਂ ਉਹ ਸਾਰੀਆਂ ਸਰੀਰ ਕਰਕੇ ਧਰਮ ਕਰਮ ਨੇ। ਆਤਮਾ ਤਾਂ ਭਟਕਦੀ ਹੈ ਭਾਈ, ਆਤਮਾ ਨੇ ਪ੍ਰਾਤਮਾ 'ਚ ਲੈ ਹੋਣਾ, ਆਪਦੇ ਹਰ ਮੂਲ 'ਚ ਸਮਾਉਣਾ ਵਾ, ਫਿਰ ਹੀ ਉਹਦਾ ਜਨਮ ਹੋਊਗਾ। ਇਹ ਨਿਰਾਕਾਰ ਦੁਨੀਆ ਦੀ ਜਿਹੜੀ ਸੋਝੀ ਹੈ ਇਹ ਸਾਨੂੰ ਗੁਰਬਾਣੀ ਤੋਂ ਹੋਣੀ ਹੈ। ਜਿਹਨੀਆਂ ਸੰਸਾਰੀ ਮੱਤਾਂ ਸਾਰੀਆਂ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ ਹੈ, ਫਾਸਨ ਕੀ ਵਿਦ ਸਭ ਕੋ ਜਾਣੇ, ਛੂਟਣ ਕੀ ਇੱਕ ਕੋਈ। ਹੁਣ ਆਪਾਂ ਫਸਣ ਦੀ ਵਿਧੀਆਂ ਬਾਰੇ ਕੀ ਵਿਚਾਰਨਾ ਹੈ ਭਾਈ? ਆਪਾਂ ਛੁੱਟੀਏ ਕਿਵੇਂ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਆਪਾਂ ਚੱਲੀਏ। ਹੁਣ ਆਪਾਂ ਨੂੰ ਸਹੀ ਸਮਝ ਆਵੇ ਵੀ ਜੋ ਪ੍ਰਹਲਾਦ ਭਗਤ ਜੀ ਦੀਆਂ ਪ੍ਰਚਲਿਤ ਸਾਖੀਆਂ ਬਣੀਆਂ ਹੋਈਆਂ ਨੇ, ਵੀ ਉਹ ਥੰਮ 'ਚੋਂ ਪਾੜ ਕੇ ਨਿਕਲਿਆ, ਹਰਨਾਕਸ਼ ਨੂੰ ਉਹਨੇ ਨਖੋਂ ਵਿਦਾਰਿਆ ਨਰਸਿੰਘਾ, ਉਹ ਆਪਾਂ ਹੁਣ ਗੁਰਮਤਿ ਅਨੁਸਾਰ ਇਹਨੂੰ ਵਿਚਾਰਨਾ ਵਾ। ਪਿੱਛੇ ਤੋਂ ਥੋੜ੍ਹਾ ਜਿਹਾ ਪਤਾ ਲੱਗਦਾ ਹੈ ਸਤਿਗੁਰਾਂ ਦੀ ਦਿੱਤੀ ਮੱਤ ਅਨੁਸਾਰ, ਦਿਵ ਦ੍ਰਿਸ਼ਟੀ ਅਨੁਸਾਰ, ਵੀ ਪਿੱਛੇ ਤੋਂ ਵੀ ਜੋ ਵੀ ਕੋਈ ਉੱਚੀ ਪਦਵੀਆਂ ਪ੍ਰਾਪਤ ਕੀਤੀਆਂ, ਜਿਨ੍ਹਾਂ ਨੇ ਧਨ ਦੌਲਤ ਵੀ ਇਕੱਠੀ ਕੀਤੀ, ਪਰ ਨਾਮ ਤੋਂ ਬਿਨਾਂ ਦੁਖੀ ਗਏ। ਕਿਉਂ? ਕਾਰਨ ਹੈ ਜਿਹੜਾ ਜੀਵ ਦਾ ਸੰਸਾਰ 'ਚ ਆਉਣਾ ਵਾ, ਚਾਹੇ ਉਹ ਗੁਰਮਤਿ ਤੋਂ ਦੂਰ ਹੈ, ਉਹਦੀ
ਜਿਹੜੀ ਹੈਗੀ ਵਾਰੀ ਹਲੇ ਨਹੀਂ ਆਈ, ਲੇਕਿਨ ਜਿਹੜੀ ਮਨੁੱਖਾ ਦੇਹੀ ਸਾਨੂੰ ਮਿਲਦੀ ਇਹਦੀ ਪ੍ਰਾਪਤੀ ਤਾਂ ਨਾਮ ਖਾਤਰ ਹੀ ਹੈ। ਆਇਆ ਸੁਣ ਪੰਡ ਕੋ ਬਾਣੀ, ਨਾਮ ਵਿਸਾਰ ਲਗ ਲਾਲਚ ਬਿਰਥਾ ਜਨਮ ਪ੍ਰਾਣੀ। ਨਾਮਦੇਵ ਨੂੰ ਗਿਆਨ ਨਹੀਂ ਹੈਗਾ, ਉਹਦੀ ਰਹਿਮਤ ਹੋਣੀ ਆ ਕੁਦਰਤ ਦੀ। ਅਤੇ ਪਿੱਛੋਂ ਸਮਝਾਉਂਦੇ ਨੇ ਵੀ ਭਗਤ ਪ੍ਰਹਲਾਦ ਜੀ ਦੇ ਜਨਮ ਤੋਂ ਪਹਿਲਾਂ ਉਹਦੀ ਮਾਤਾ ਨੇ, ਉਹਦੇ ਪਿਤਾ ਜੀ ਜਿਹੜੇ ਸੀਗੇ ਉਸ ਟਾਈਮ ਦੇ ਰਾਜਾ ਸੀਗੇ, ਆਪਦੇ ਆਪ ਨੂੰ ਵੱਡਾ ਮੰਨਦੇ ਸੀਗੇ। ਹਰਨਾਕਸ ਹੁੰਦੇ ਮੱਤਾਂ ਦੇ ਨਾਂ ਨੇ। ਹਰਨਾਕਸ ਕੋਈ ਐ ਨਹੀਂ ਵੀ ਉਹਦੇ ਸਿੰਘ ਲੱਗੇ ਹੋਏ ਸੀ ਜਾਂ ਕਿ ਉਹਦਾ ਭਿਆਨਕ ਰੂਪ ਸੀ, ਨਹੀਂ, ਕੋਈ ਐਸੀ ਗੱਲ ਨਹੀਂ ਹੈਗੀ। ਇਹ ਸਾਡੇ ਸੰਕਲਪ ਉਹ ਪੈਦਾ ਹੋ ਜਾਂਦੇ ਨੇ। ਜਿੰਨਾ ਕੁ ਸਾਨੂੰ ਗਿਆਨ ਹੁੰਦਾ ਸੀ ਉਹ ਜਿਹਾ ਇਮੈਜੀਨੇਸ਼ਨ ਬਣਾ ਲੈਂਦੇ ਹਾਂ, ਉਹ ਸਾਨੂੰ ਕੁਣੀ ਦਿਖਣ ਲੱਗ ਜਾਂਦਾ। ਐਸੀ ਕੋਈ ਗੱਲ ਨਹੀਂ ਸੀਗੀ। ਉਹ ਜਿਹੜੇ ਗੁਰਸਿੱਖ ਸੀਗੇ ਬ੍ਰਹਮ ਗਿਆਨ ਵੇਲੇ ਉਦੋਂ ਪੰਡਤ ਹੁੰਦੇ ਸੀ, ਬ੍ਰਹਮ ਗਿਆਨੀ ਹੁੰਦੇ ਸੀਗੇ, ਉਹਨਾਂ ਨੂੰ ਬ੍ਰਾਹਮਣ ਕਿਹਾ ਜਾਂਦਾ ਸੀਗਾ। ਉਹ ਵਿਚਾਰਾਂ ਕਰਦੇ ਸੀਗੇ। ਇਹ ਐਸੀ ਵਿਚਾਰ ਹੈ ਭਾਈ, ਹੁਣ ਵੀ ਜੇ ਕੋਈ ਵੀ ਵਿਚਾਰ ਗੁਰਸ਼ਬਦ ਦੀ ਕਰੂਗਾ ਉਹਨੂੰ ਪ੍ਰਾਪਤੀ ਨਾ ਹੋਵੇ ਕਦੇ ਵੀ ਨਹੀਂ ਹੋ ਸਕਦਾ। ਜੋ ਇਹਨੂੰ ਸੁਣੂਗਾ ਉਹ ਅਮਰ ਹੋ ਜਾਊਗਾ, ਜਿਹੜਾ ਨਹੀਂ ਸੁਣਦਾ ਉਹ 'ਤੇ ਕੋਈ ਅਸਰ ਨਹੀਂ ਹੋਣਾ ਹੈਗਾ। ਇਹ ਤਾਂ ਜਿਹੜੀ ਵਿਧੀ ਹੈ ਸੁਣਨ ਦੀ ਹੈ, ਸਾਡੀ ਬੁੱਧ ਬਲ ਦਾ ਤਾਂ ਵਿਸ਼ਾ ਹੀ ਨਹੀਂ ਹੈਗਾ। ਜੇ ਅਸੀਂ ਆਪਦੀ ਬੁੱਧ ਬਲ ਨਾ ਸਮਝਾਂਗੇ ਫਿਰ ਦੇਖਦੇ ਹੀ ਹਾਂ ਆਪਾਂ ਸਾਖੀਆਂ ਤੋਂ ਪ੍ਰਭਾਵਿਤ ਹਾਂ। ਕਿੱਡੇ ਕਿੱਡੇ ਇਤਿਹਾਸ ਬਣ ਗਏ ਨੇ, ਕੀ ਬਣ ਗਿਆ, ਅਸੀਂ ਉਹਨਾਂ ਨਾਲੇ ਜੁੜੇ ਬੈਠੇ ਹਾਂ। ਸਾਨੂੰ ਕਾਲ ਆ ਜਾਂਦਾ। ਨੌਵੇਂ ਪਾਤਸ਼ਾਹ ਦਾ ਆਪਾਂ ਸਲੋਕ ਲਈਏ, ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚੇ ਹੋ ਆਣ ਨੂੰ ਸਮਾਂ ਆ ਜਾਂਦਾ, ਸਾਡਾ ਸੰਸਾਰ 'ਤੇ ਆਉਣਾ ਨਿਸਫਲ ਹੋ ਜਾਂਦਾ। ਜੇ ਆਪਾਂ ਗੁਰਮਤਿ ਅਨੁਸਾਰ ਚੱਲਾਂਗੇ ਭਾਈ ਫਿਰ ਤਾਂ ਪ੍ਰਾਪਤੀ ਹੋ ਹੀ ਨਹੀਂ ਸਕਦਾ ਕਿ ਨਾ ਹੋਵੇ। ਉਹ ਫਿਰ ਉਦੋਂ ਪ੍ਰਹਲਾਦ ਜੀ ਦੇ ਜਨਮ ਤੋਂ ਪਹਿਲਾਂ ਉਹ ਗੁਰਬਾਣੀ ਦੀ ਵਿਚਾਰ ਚੱਲਦੀ ਸੀਗੀ ਅਤੇ ਉਹਦੀ ਮਾਤਾ ਨੂੰ ਗਿਆਨ ਹੋ ਗਿਆ, ਵਧੀਆ ਲੱਗਿਆ। ਕਿਉਂਕਿ ਐਸੀ ਚੀਜ਼ ਹੈ ਜੋ ਵੀ ਇਹਨੂੰ ਸੁਣੂਗਾ ਉਹਨੂੰ ਗਿਆਨ ਪੈਦਾ ਹੋਊਗਾ। ਇੱਕ ਐਸਾ ਗਿਆਨ ਹੈ, ਇਹ ਆਤਮਾ ਜਿਸ ਤੋਂ ਟੁੱਟ ਕੇ ਆਈ ਹੈ, ਪ੍ਰਾਤਮਾ ਦਾ ਗਿਆਨ ਹੈ। ਜਦੋਂ ਆਪਦੇ ਰਿਸ਼ਤਿਆਂ ਦਾ ਗਿਆਨ ਹੋਊ ਕੌਣ ਛੱਡ ਦੂ ਇਹਨੂੰ ਭਾਈ। ਜਿਹੜੇ ਸਾਡੇ ਸੰਸਾਰੀ ਰਿਸ਼ਤੇ ਨੇ ਇਹ ਤਾਂ ਸਰੀਰ ਕਰਕੇ ਨੇ, ਇਹੀ ਤਾਂ ਸਾਡਾ ਜਾਲ ਹੈ, ਇਹੀ ਤਾਂ ਸੰਗਲ ਵੱਡੇ ਹੋ ਜਾਂਦੇ ਨੇ, ਅਸੀਂ ਜਾ ਨਹੀਂ ਸਕਦੇ ਹੈਗੇ। ਪਰ ਗੁਰਸ਼ਬਦ ਦੀ ਵਿਚਾਰ ਤੋਂ ਬਿਨਾਂ ਇਹ ਸਾਨੂੰ ਸਮਝ ਨਹੀਂ ਆਉਂਦੀ ਹੈਗੀ। ਉਹ ਵਿਚਾਰ ਕਰਦੇ ਰਹੇ। ਉਹ ਮਾਤਾ ਨੂੰ, ਪ੍ਰਹਲਾਦ ਦੀ ਮਾਤਾ ਜੀ ਨੂੰ ਬਹੁਤ ਵਧੀਆ ਲੱਗਿਆ। ਜਨਮ ਤੋਂ ਬਾਅਦ ਵੀ ਉਹਨਾਂ ਨੇ ਕਿਹਾ ਵੀ ਭਾਈ ਤੁਸੀਂ ਆਉਂਦੇ ਰਹੋ, ਜੋ ਤੁਹਾਨੂੰ ਮਾਇਆ ਦੀ ਲੋੜ ਆ, ਉਹਦੀ ਖਜ਼ਾਨੇ ਭਰੇ ਹੋਏ ਨੇ, ਜੋ ਮਰਜ਼ੀ ਲੈ ਜਾਓ। ਅਤੇ ਉਹ ਆਉਂਦੇ ਰਹੇ। ਮਾਇਆ ਤੋਂ ਉਹਨਾਂ ਨੇ ਕੀ ਲੈਣੀ ਸੀ। ਸਤਿਗੁਰ ਕੋ ਸਿਮਰ ਚਿਤ ਨਿਵੰਤੇ, ਸਤਿਗੁਰ ਕੋ ਸਿਮਰੇ ਚਿਤ ਨਿਵੰਤ ਹੁੰਦੇ ਨੇ, ਉਹਦੀ ਇੱਛਾ ਹੀ ਨਹੀਂ ਹੁੰਦੀ। ਉਹਨਾਂ ਦੀ ਇੱਛਾ ਕਾਹਦੀ ਹੁੰਦੀ ਹੈ। ਜੇ ਆਪਾਂ ਸਤਿਗੁਰਾਂ ਦੇ ਵਚਨ ਲਈਏ, ਜੀਵਨ ਰੂਪ ਗੋਪਾਲ ਜਸ ਭਗਤ ਜਨਾਂ ਕੀ ਰਾਸ। ਭਗਤ ਜਨਾਂ ਦਾ ਜੀਵਨ ਕੀ ਹੁੰਦਾ, ਗੋਪਾਲ ਦਾ ਜਸ ਕਰਨਾ। ਇਹੀ ਉਹਨਾਂ ਦਾ ਭੇਖ ਹੁੰਦਾ। ਉਹਨਾਂ ਦੀ ਜਿਹੜੀ ਹੈਗੀ ਬੁੱਧੀ ਤੋਂ ਪੜ੍ਹਿਆ ਜਾ ਸਕਦਾ, ਉਹੀ ਨਿਸ਼ਾਨ ਆ। ਉਹਨੂੰ ਕਹਿੰਦੇ ਨੇ ਕਰਮ ਸੱਚਾ ਨਿਸ਼ਾਨ, ਜਿਹਦੇ ਕਿਰਪਾ ਹੋ ਚੁੱਕੀ ਹੁੰਦੀ ਹੈ। ਉਹਨਾਂ ਦਾ ਜੀਵਨ ਹੀ ਇਹੋ ਜਿਹਾ ਹੁੰਦਾ ਗਾ, ਗੋਪਾਲ ਦਾ ਜਸ ਕਰਨਾ। ਉਹ ਬਾਅਦ 'ਚ ਵੀ ਆਉਂਦੇ ਰਹੇ ਅਤੇ ਪ੍ਰਹਲਾਦ ਜੀ ਉਹ ਸੁਣਦੇ ਰਹੇ। ਔਰ ਆਪਾਂ ਜੇ ਵਿਚਾਰ ਕਰੀਏ ਧੰਨਾ ਭਗਤ ਜੀ ਦੀ, ਉਹਨਾਂ ਨੂੰ ਕਿਸੇ ਨੇ ਪੁੱਛਿਆ ਵੀ ਇਹ ਤੁਸੀਂ ਐਡੀ ਪ੍ਰਾਪਤੀ ਕਿਵੇਂ ਪ੍ਰਾਪਤ ਕੀਤੀ, ਕਿਵੇਂ ਪ੍ਰਾਪਤ ਹੋਈ ਤੁਹਾਨੂੰ, ਕਿਹੜੀ ਵਿਧੀ ਹੈ ਇਹ। ਧੰਨਾ ਭਗਤ ਜੀ ਸਮਝਾਉਂਦੇ ਨੇ, ਧੰਨੇ ਪਾਇਆ ਬਾਲ ਬੁੱਧ। ਜਦੋਂ ਬਾਲ ਬੁੱਧ ਹੁੰਦੀ ਹੈ, ਜਿਹੜੇ ਬੱਚੇ ਹੁੰਦੇ ਆ, ਆਪਾਂ ਵੈਸੇ ਵੀ ਕਹਿੰਦੇ ਵੀ ਰੱਬ ਰੂਪ ਹੀ ਨਹੀਂ ਹੁੰਦੇ ਉਹ, ਲੇਕਿਨ ਬੁੱਧੀ ਨਿਰਮਲ ਹੁੰਦੀ ਹੈ। ਰੱਬ ਨਾਲੋਂ ਟੁੱਟ ਜਾਂਦੇ ਹਾਂ ਅਸੀਂ। ਤਈਓ ਤਾਂ ਰੋਇਆ ਸੀ ਭਾਈ, ਜਦੋਂ ਗਰਭ 'ਚੋਂ ਬਾਹਰ ਆਇਆ ਰੋਇਆ ਨਾ। ਕਾਨ ਕ੍ਰਿਸ਼ਨ ਜਾਦਮ ਪਿਆ, ਕਾਲਾ ਹੋ ਗਿਆ ਮਨ। ਜੋ ਦਮ ਪਿਆ ਸੰਸਾਰ ਨਾਲ ਜੁੜ ਗਿਆ, ਹੁਕਮ ਛੁੱਟ ਗਿਆ। ਹੁਕਮ ਤਾਂ ਹੈ, ਹੁਕਮ ਤਾਂ ਪਾਲਣਾ ਕਰਦਾ ਹੈ, ਪਰ ਸਾਡੀ ਪਕੜ 'ਚੋਂ ਛੁੱਟ ਗਿਆ। ਉਹ ਪ੍ਰਹਲਾਦ ਜੀ ਨੂੰ ਗਿਆਨ ਹੋ ਗਿਆ। ਹੁਣ ਵੀ ਜੇ ਕੋਈ ਸਿੱਖ ਸੰਗਤ ਕੋਈ ਵੀ ਨੂੰ ਸੁਣੂਗਾ ਪਿਆਰ ਨਾਲ, ਉਹਨੂੰ ਗਿਆਨ ਨਾ ਹੋਵੇ, ਕਾਲ ਤੋਂ ਛੁਟਕਾਰਾ ਨਾ ਹੋਵੇ, ਉਹਨੂੰ ਸੁੱਖ ਨਾ ਮਿਲਣ, ਕਦੇ ਵੀ ਨਹੀਂ ਹੋ ਸਕਦਾ। ਅਤੇ ਪ੍ਰਹਲਾਦ ਜੀ ਥੋੜ੍ਹੇ ਵੱਡੇ ਹੋਏ ਅਤੇ ਆਪਾਂ ਸ਼ੁਰੂ ਕਰਦੇ ਹਾਂ ਹੁਣ ਤੀਜੀ ਪਾਤਸ਼ਾਹ ਦੀ, ਜਿਹਨੇ ਆਪਾਂ ਨੂੰ ਸੇਧ ਦਿੱਤੀ ਹੈ ਗੁਰਸ਼ਬਦ ਦੇ ਵਿੱਚ, ਆਪਾਂ ਨੂੰ ਗਿਆਨ ਰੂਪੀ ਸ਼ਬਦ ਦੇ ਵਿੱਚ, ਉਨੀ ਕੁ ਆਪਾਂ ਹੁਣ ਸਮਝਣ ਦੀ ਕੋਸ਼ਿਸ਼ ਕਰਾਂਗੇ। ਤਾਂ ਜਿਹੜੀਆਂ ਆਪਾਂ ਸਾਖੀਆਂ ਤੋਂ ਪ੍ਰਭਾਵਿਤ ਹੈ, ਉਹ ਤਾਂ ਉਹ 'ਚੋਂ ਬਾਹਰ ਆਵਾਂਗੇ। ਗਿਆਨ ਤੋਂ ਬਿਨਾਂ ਬਾਹਰ ਆ ਨਹੀਂ ਸਕਦੇ ਹੈਗੇ। ਗਿਆਨ ਤੋਂ ਬਿਨਾਂ ਭਰਮ ਹੈ। ਉਹੀ ਕਹਿ ਰਹੇ ਨੇ ਪ੍ਰਹਲਾਦ ਜੀ, ਮੇਰੀ ਪਟੀਆ ਲਿਖੋ ਹਰ ਗੋਬਿੰਦ ਗੋਪਾਲਾ, ਦੂਜੇ ਭਾਏ ਫਾਥੇ ਜਮਜਾਲਾ। ਦੂਜੇ ਭਾਏ ਕੀ ਆ, ਜਮਜਾਲ ਹੈ ਭਾਈ ਸੰਸਾਰ। ਉਹ ਕਹਿੰਦੇ ਜਿਹੜੀ ਹੈਗੀ ਮੇਰੀ ਬੁੱਧੀ 'ਤੇ ਇਹ ਤਾਂ ਹਰ ਜਿਹੜਾ ਹੈਗਾ, ਮੈਂ ਹਰ ਦੇ ਮਿਲਾਪ ਖਾਤਰ ਜਨਮ ਮਿਲਿਆ, ਮੈਨੂੰ ਸਮਝ ਆ ਗਈ ਹੈ। ਮੇਰੀ ਪਟੀਆ 'ਤੇ ਤਾਂ ਉਹੀ ਲਿਖੋ ਭਾਈ। ਉਹ ਹੁਣ ਦੂਜੀ ਵਿਚਾਰ ਕਰਦੇ ਸੰਸਾਰੀ ਆਪਾਂ ਦੇਖਦੇ ਹੀ ਹਾਂ।
ਜਿਹੜਾ ਸੱਚ ਦਾ ਗਿਆਨ ਹੈ ਇਹ ਬੜਾ ਕਠਿਨ ਹੈ, ਹਰ ਇੱਕ ਨਹੀਂ ਇਹਨੂੰ ਕਰ ਸਕਦਾ ਕੋਈ, ਕਿਉਂਕਿ ਜਦ ਤੱਕ ਇਹ ਕਲਯੁਗ ਤੋਂ, ਇਹ ਕਾਲਪਨਿਕ ਯੁੱਗ ਤੋਂ ਇਹਦਾ ਛੁਟਕਾਰਾ ਨਹੀਂ ਹੁੰਦਾ, ਸਹਿਜ ਦੁਨੀਆ 'ਚ ਨਹੀਂ ਪਹੁੰਚਦਾ ਦੇਵ ਲੋਕ, ਸੱਚ ਦਾ ਗਿਆਨ ਕਿਵੇਂ ਕਰ ਦੂ ਕੋਈ ਭਾਈ। ਉੱਥੇ ਤਾਂ ਕਰਤੇ ਦੀ ਵਿਚਾਰ ਹੁੰਦੀ ਹੈ, ਇੱਥੇ ਸਾਡੀ ਵਿਚਾਰ ਹੁੰਦੀ ਹੈ, ਸਾਡੀ ਸੋਭਾ ਦੀ ਵਿਚਾਰ ਹੁੰਦੀ ਹੈ, ਸੰਸਾਰੀ ਗੱਲਾਂ ਕਰਦੇ ਹਾਂ ਅਸੀਂ। ਨਹੀਂ ਨਹੀਂ ਨਹੀਂ, ਜੇ ਆਪਾਂ ਕੀਰਤਨ ਸੋਹਲੇ ਦੇ ਸ਼ਬਦ ਦੀ ਵਿਚਾਰ ਕਰੀਏ, ਜੈ ਘਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ, ਜਿਹਦੀ ਕਿਰਤ ਸੁੱਟ ਜਾਂਦੀ ਆ, ਕੀਰਤ ਜਸ ਕਰਦਾ ਵਾ, ਉਹ ਤਾਂ ਫਿਰ ਦੇਵਲੋਕ ਹੈ ਭਾਈ, ਸਹਿਜ ਦੁਨੀਆ ਮਾ, ਉੱਥੇ ਤਾਂ ਭਗਤੀ ਸ਼ੁਰੂ ਹੋਣੀ ਹੈ। ਹੁਣ ਭਗਤ ਜੀ ਨੂੰ ਗਿਆਨ ਹੋ ਗਿਆ, ਉਹ ਸੁਣਦੇ ਨਹੀਂ, ਉਹ ਕਹਿੰਦੇ ਦੂਜੇ ਭਾਈ ਮੈਨੂੰ ਨਾ ਇਹ ਸਿਖਾਓ ਤੁਸੀਂ, ਭਾਈ ਮੈਨੂੰ ਨਹੀਂ ਇਹਦੀ ਲੋੜ ਹੈਗੀ। ਸਤਿਗੁਰ ਕਰੇ ਮੇਰੀ ਪ੍ਰਿਤਪਾਲਾ, ਹਰ ਸੁਖ ਦਾਤਾ ਮੇਰੇ ਨਾਲ, ਉਹ ਤਾਂ ਅੰਤਰ ਹੀ ਹੈ ਭਾਈ। ਹੁਣ ਉਹਨਾਂ ਨੂੰ ਚਾਨਣ ਹੋ ਗਿਆ, ਨਿਰਮਲ ਬੁੱਧ ਸੀਗੀ, ਇੱਛਾ ਖਤਮ ਹੋ ਗਈਆਂ। ਬਾਲ ਬੁੱਧ 'ਤੇ ਬਹੁਤ ਛੇਤੀ ਅਸਰ ਹੁੰਦਾ, ਆਪਾਂ ਦੇਖਦੇ ਹਾਂ ਬੱਚੇ ਜਿਹੋ ਜਿਹਾ ਪੂਰਾ ਕਾਗਜ਼ ਹੈ, ਜਿਹੋ ਜਿਹਾ ਨੂੰ ਗਿਆਨ ਹੁੰਦਾ ਉੱਧਰ ਨੂੰ ਚੱਲ ਪੈਂਦੇ ਨੇ। ਉਹ ਇਹ ਵਿਧੀ ਹੈ। ਹੁਣ ਵੀ ਆਪਾਂ ਜੇ ਇਹਦੀ ਪ੍ਰਾਪਤੀ ਕਰਨੀ ਹੈ ਤਾਂ ਸਾਨੂੰ ਬਾਲ ਬੁੱਧ ਹੀ ਕਰਨੀ ਪੈਣੀ ਹੈ, ਨਿਰਮਲ ਬੁੱਧ, ਕਿਸੇ ਨਾਲ ਵੈਰ ਵਿਰੋਧ ਨਹੀਂ। ਇੱਛਾ ਕਾਹਦੀ ਰਹਿ ਜਾਣੀ ਹੈ ਫਿਰ? ਨਾਮ ਦੀ। ਸਤਿਗੁਰ ਕਰੇ ਮੇਰੀ ਪ੍ਰਿਤਪਾਲਾ, ਹਰ ਸੁਖ ਦਾਤਾ ਮੇਰੇ ਨਾਲ ਆ, ਉਹ ਕਹਿੰਦੇ ਉਹ ਤਾਂ ਭਾਈ ਨਾਲ ਹੈ, ਅੰਤਰ ਮੇਰੇ ਹਰ ਵਸੇ, ਘਟ ਘਟ ਜਿਉ ਮੈਂ ਹਰ ਬਸੇ, ਸੰਤਨ ਕਹਿਓ ਪੁਕਾਰ। ਭਗਤ ਜੀ ਹੁਣ ਐਂ ਕਹਿ ਰਹੇ ਨੇ। ਉਹ ਜਿਹੜੇ ਦੂਜੇ ਧਾਰਮਿਕ ਲੋਕ ਨੇ ਉਹ ਰਾਜੇ ਕੋਲੇ ਆਉਂਦੇ ਸੀ, ਜਿਹੜੇ ਉਹਨਾਂ ਦੇ ਵਿਦਵਾਨ ਸੀਗੇ, ਉਹ ਦੂਜੀ ਉਹਨੂੰ ਸਿਖਾਉਂਦੇ ਨੇ, ਉਹ ਹੁਣ ਉੱਤੇ ਕਿਵੇਂ ਅਸਰ ਹੋਊਗਾ? ਇਵੇਂ ਹੁਣ ਵੀ ਜਿਹੜੇ ਗੁਰਸਿੱਖ ਹੋਣਗੇ ਉਹ ਸੰਸਾਰ ਨੂੰ ਵੱਖਰੇ ਹੀ ਹੋਣਗੇ, ਕਿਉਂਕਿ ਮਾਰਗ ਹੀ ਐਸਾ ਹੈ ਭਾਈ। ਇਹ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਈਆਂ। ਜਿਹੜਾ ਸੰਸਾਰੀ ਜੀਵ ਹੈ ਉਹ ਸੰਸਾਰੀ ਗੱਲ ਕਰੂਗਾ, ਜਿਹੜਾ ਭਗਤ ਮਾਰਗ 'ਤੇ ਚੱਲੂਗਾ ਉਹ ਅਗਰ ਨਿਰਾਕਾਰ ਦੇ ਨਿਰੰਕਾਰ ਦੇ ਦੇਸ਼ ਦੀ ਆਪਦੇ ਮੂਲ ਦੀ ਗੱਲ ਕਰੂਗਾ। ਇਹ ਦੋਨੋਂ ਕਦੇ ਵੀ ਇਕੱਠੇ ਨਹੀਂ ਚੱਲ ਸਕਦੇ। ਹੁਣ ਵੀ ਜਿਹੜਾ ਇੱਧਰ ਚੱਲੂਗਾ ਇਹ ਰਾਹ 'ਤੇ, ਗੁਰੂ ਭਗਤਾਂ ਦੇ ਦਸਾਏ ਰਾਹ 'ਤੇ, ਉਹ ਸੰਸਾਰ ਨੂੰ ਵੱਖਰਾ ਹੋ ਜਾਊਗਾ। ਅੱਗੇ ਜਾ ਕੇ ਆ ਜਾਣਾ ਪ੍ਰਹਲਾਦ ਵਿਗੜਿਆ ਚਾਟੜੇ ਪਗਾੜੇ, ਕਿਵੇਂ ਵਿਗੜਦਾ ਉਹ ਆਪਾਂ ਅੱਗੇ ਵਿਚਾਰ ਕਰਾਂਗੇ। ਹਰ ਸੁਖ ਦਾਤਾ ਮੇਰੇ ਨਾਲ ਹੈ, ਗੁਰ ਉਪਦੇਸ਼ ਪ੍ਰਹਲਾਦ ਹਰ ਉਚਰੇ। ਗੁਰ ਹੁੰਦਾ ਉਪਦੇਸ਼, ਗੁਰੂ ਦਾ ਗਿਆਨ, ਗਿਆਨ ਦਾ ਉਪਦੇਸ਼ ਪ੍ਰਹਲਾਦ ਉਹਨਾਂ ਨੂੰ ਹਰ ਬਾਰੇ ਸਮਝਾ ਰਿਹਾ, ਉਚਰ ਰਿਹਾ। ਦੇਖੋ ਬਚਪਨ ਦੇ ਵਿੱਚ ਹੀ ਭਗਤ ਜੀ ਨੂੰ ਪ੍ਰਾਪਤੀ ਹੋ ਗਈ, ਕਿਰਪਾ ਹੋ ਗਈ, ਦਾਤੇ ਦੀ ਰਹਿਮਤ ਹੋ ਗਈ। ਸਾਸਨਾ ਤੇ ਬਾਲਕ ਗਮ ਨਾ ਕਰੇ, ਭੋਰਾ ਵੀ ਨਹੀਂ ਡਰਦਾ ਹੈਗਾ। ਉਹੀ ਤਾਂ ਆਪਾਂ ਨੂੰ ਬਾਣੀ ਸਮਝਾ ਰਹੀ ਹੈ। ਨਿਰਭਉ ਨਿਰਭਉ ਹੋਈ ਜਪੂ ਭਗਵਾਨ। ਨਿਰਭਉ ਅਸੀਂ ਹੋਏ ਨਹੀਂ, ਔਰ ਅਸੀਂ ਪ੍ਰਾਪਤੀਆਂ ਪਹਿਲਾਂ ਸਮਝ ਰਹੇ ਨੇ। ਉਹੀ ਤਾਂ ਭਾਈ ਕਾਲ ਹੈ, ਸਾਡੇ 'ਚ ਕੋਈ ਗੁਣ ਵੀ ਨਹੀਂ ਪੈਦਾ ਹੋਇਆ। ਨਾ ਅਸੀਂ ਨਿਰਭਉ ਹਾਂ, ਭੈ ਸਾਡੇ ਅੰਦਰ ਹੈ, ਨਾ ਅਸੀਂ ਨਿਰਵੈਰ ਹੈ, ਨਾ ਅਸੀਂ ਕਾਲ ਤੋਂ ਮੁਕਤ ਹੈ, ਨਾ ਸਰੀਰ ਨਾਲ ਪ੍ਰੇਮ ਛੱਡਿਆ। ਭਗਤ ਅਸੀਂ ਫਿਰ ਵੀ ਹੈਗੇ। ਬਾਣੀ ਨਹੀਂ ਮੰਨਦੀ ਇਹਨੂੰ, ਸੰਸਾਰ ਪਿਆ ਮੰਨੀ ਜਾਵੇ। ਉਹ ਭਗਤ ਜੀ ਹਰ ਬਾਰੇ ਸਮਝਾ ਰਹੇ ਨੇ ਉਹਨਾਂ ਨੂੰ। ਉਹ ਆਪਦੀ ਸੰਸਾਰੀ ਜਿਹੜੀ ਮਨਮੱਤ ਹੈ, ਦੇਖ ਰਹੇ ਅੱਜ ਕੱਲ੍ਹ ਕੀ ਹੋ ਰਿਹਾ ਹੈ। ਸਾਰਾ ਸੰਸਾਰ ਭੈ ਪੀਤ ਹੈ। ਹੁਣ ਕਿੱਥੇ ਗਏ ਵੱਡੇ ਵੱਡੇ ਜਿਹੜੇ ਆਪਦੇ ਆਪ ਨੂੰ ਦਾਅਵੇ ਕਰਨ ਵਾਲੇ? ਇਹ ਰਾਮ ਲਸ਼ਟਕਾ ਫੇਰੀ ਹੈ, ਕੁਦਰਤ ਨਹੀਂ। ਇਹ ਸਾਰਿਆਂ 'ਤੇ ਫਿਰ ਜਾਂਦੀ ਹੈ। ਜਦੋਂ ਥੋੜ੍ਹਾ ਜਿਹਾ ਉਹ ਡਰਾਉਂਦਾ, ਸਾਰਾ ਸੰਸਾਰ ਭੈਭੀਤ ਹੋ ਜਾਂਦਾ। ਡਰਾਉਂਦਾ ਨਹੀਂ, ਇਹਨਾਂ ਨੂੰ ਗਿਆਨ ਹੀ ਦਿੰਦਾ, ਇਹਨਾਂ ਦੇ ਭਲੇ ਖਾਤਰ ਹੀ ਹੁੰਦਾ ਵਾ। ਜਿਹੜਾ ਹੰਕਾਰ ਇਹਨਾਂ ਦਾ ਘਟ ਜਾਵੇ, ਜਿਹੜਾ ਸਾਡਾ ਭੈ ਦਿੰਦਾ ਜਦੋਂ ਕੁਦਰਤ ਸਾਨੂੰ ਦਿੰਦੀ ਹੈ, ਉਹ ਸਾਡਾ ਹੰਕਾਰ ਘਟ ਜਾਂਦਾ ਹੈ। ਹੁਣ ਦੇਖ ਨਿਗਾਹ ਮਾਰ ਕੇ ਸਾਰੇ ਸੰਸਾਰ 'ਚ ਕਿੰਨਾ ਹੰਕਾਰ ਵੱਧ ਗਿਆ ਸੀ। ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ ਕੋਈ, ਸਭ ਆਪੇ ਪੂਰਨ ਬਣੇ ਬੈਠੇ, ਸਾਰਿਆਂ 'ਤੇ ਲਸ਼ਟਕਾ ਫੇਰਦੇ। ਇਹਨੂੰ ਰਾਮ ਲਸ਼ਟਕਾ ਕਹਿੰਦੇ ਨੇ। ਇੱਕ ਵਾਰੀ ਇਹ ਫੇਰ ਦਿੰਦਾ, ਸਾਰਾ ਵਿਸ਼ਵ ਭੈਭੀਤ ਹੋ ਗਿਆ। ਜੇ ਆਪਾਂ ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਲਈ, ਸਤਿਗੁਰਾਂ ਨੇ ਤਾਂ ਪਹਿਲਾਂ ਹੀ ਸਮਝਾਇਆ, ਸਿਮਰੋ ਜਾਸ ਬਿਸੰਬਰ ਏਕੇ। ਉਹ ਜਸ ਕਿਹਦਾ ਕਰਨਾ ਭਾਈ, ਕਿਹਦੀ ਸੋਝੀ ਲੈਣੀ ਹੈ? ਉਹ ਬਿਸੰਬਰ ਦੀ ਲੈਣੀ ਹੈ। ਬਿਸੰਬਰ ਹੁੰਦਾ ਜਿਹਨੇ ਵਿਸ਼ਵ ਸਾਜਿਆ। ਫਿਰ ਵਿਸ਼ਵ ਦਾ ਮਾਲਕ ਹੈ ਭਾਈ, ਉਹ ਕੁਛ ਵੀ ਕਰ ਸਕਦਾ। ਹੁਣ ਪ੍ਰਹਲਾਦ ਜੀ ਡਰਦੇ ਨਹੀਂ, ਡਰਨਾ ਕੀ ਨਹੀਂ ਸੀਗਾ। ਰਹਾਓ ਮਾਤਾ ਉਪਦੇਸੇ ਪ੍ਰਹਲਾਦ ਪਿਆਰੇ, ਵਿਚਾਰ ਚੱਲ ਰਹੀ ਹੈ ਉਹਨਾਂ ਦੀ। ਉਹ ਸਮਝਾਉਣਾ ਚਾਹੁੰਦੇ ਨੇ ਪ੍ਰਹਲਾਦ ਨੂੰ। ਮਾਤਾ ਡਰ ਗਈ ਵੀ ਸਾਰੇ ਮੇਰੇ ਬੱਚੇ ਨੂੰ ਕੋਸਦੇ ਨੇ। ਉਹਨੂੰ ਪਿਆਰ ਨਾਲ ਸਮਝਾ ਰਹੀ ਹੈ। ਮਾਤਾ ਉਪਦੇਸੇ ਪ੍ਰਹਲਾਦ ਪਿਆਰੇ, ਪੁੱਤਰ ਰਾਮ ਨਾਮ ਛੋਡੋ ਜੀਓ ਲਿਓ ਬਾਰੇ। ਕੀ ਲੈਣਾ ਪੁੱਤ ਹੈ, ਰਾਮ ਨਾਮ ਛੱਡ ਖਹਿੜਾ। ਜੋ ਤੇਰਾ ਪਿਤਾ ਜੀ ਕਹਿੰਦਾ ਇਹਨੂੰ ਕਬੂਲ ਕਰ ਲੈ। ਉਹ ਸਹੀ ਕਹਿ ਰਿਹਾ, ਸਾਰਾ ਸੰਸਾਰ ਇਹਨੂੰ ਮੰਨਦਾ ਵਾ, ਕਿਉਂ ਰਾਜਾ ਸੀਗਾ। ਅਤੇ
ਅੱਗੇ ਪ੍ਰਹਲਾਦ ਜੀ ਕੀ ਕਹਿ ਰਹੇ ਨੇ? ਪ੍ਰਹਲਾਦ ਕਹੈ ਸੁਨ ਮੇਰੀ ਮਾਏ, ਰਾਮ ਨਾਮ ਨਾ ਛੋਡਾਂ ਗੁਰ ਦੀਆ ਬੁਝਾਏ। ਹੁਣ ਅੰਤਰ ਜੀ ਨੂੰ ਗਿਆਨ ਹੋ ਗਿਆ, ਕਿਵੇਂ ਛੱਡ ਦੂ? ਬਾਣੀ ਨੂੰ ਕਿਵੇਂ ਛੱਡ ਦੂ? ਸੱਚ ਦੇ ਗਿਆਨ ਨੂੰ ਕਿਵੇਂ ਛੱਡ ਦੂ ਕੋਈ? ਹੁਣ ਵੀ ਜੇ ਕਿਸੇ ਨੂੰ ਵੀ ਇਹ ਗਿਆਨ ਹੋ ਜਾਵੇ ਤੇ ਰਹਿਮਤ ਹੋ ਜੇ, ਇਹਨੂੰ ਬ੍ਰਹਮ ਗਿਆਨ ਕਿਹਾ ਬਾਣੀ ਵਿੱਚ। ਇਹ ਬ੍ਰਹਮ ਵਿਚਾਰ ਸੋ ਜਾਣੇ, ਜਿਸ ਦਿਆਲ ਹੋਏ ਪੁਰਖ ਭਗਵਾਨੇ। ਭਗਵਾਨ ਜੀ ਤੇ ਦਿਆਲ ਹੋ ਜੇ ਅੰਤਰਾਤਮਾ ਕੁਦਰਤ ਦੇ ਹੁਕਮ ਨਾਲ, ਇਹ ਤਾਂ ਉਹ ਵਿਚਾਰ, ਐਸੀ ਇਹ ਵਿਚਾਰ ਹੈ ਭਾਈ ਬ੍ਰਹਮ ਗਿਆਨ ਸੰਸਾਰ ਛਡਾ ਦਿੰਦੀ ਹੈ ਜੀ। ਆਪਾਂ ਭਗਤ ਕਬੀਰ ਜੀ ਦਾ ਸਲੋਕ ਲਈ ਛੱਡਣਾ ਕੋਈ ਵੀ ਨਹੀਂ ਚਾਹੁੰਦਾ। ਭਗਤ ਕਬੀਰ ਜੀ ਸਮਝਾਉਂਦੇ ਨੇ, ਹੀਰਾ ਹਾਥ ਚੜਿਆ ਨਿਰਮੂਲਕ, ਛੂਟ ਗਈ ਸੰਸਾਰੀ। ਛੱਡਣਾ ਕੋਈ ਵੀ ਨਹੀਂ ਚਾਹੁੰਦਾ, ਪਰ ਜੋ ਸੱਚ ਦਾ ਗਿਆਨ ਹੁੰਦਾ ਸੰਸਾਰ ਛੱਡ ਜਾਂਦਾ ਹੈ। ਉਹਦੀ ਕਿਰਪਾ ਰਹਿਮਤ ਹੋ ਜਾਂਦੀ ਹੈ, ਜੀਵ ਦਾ ਜੰਮਣ ਮਰਨ ਖਤਮ ਹੋ ਜਾਂਦਾ ਹੈ, ਆਤਮਾ ਨੂੰ ਪ੍ਰਾਤਮਾ ਦਾ ਦਰਸ਼ਨ ਹੋ ਜਾਂਦਾ ਹੈ, ਇਹਦਾ ਜਨਮ ਹੋ ਜਾਂਦਾ ਹੈ। ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁਖ ਜਾਏ। ਪਹਿਲਾਂ ਆਤਮਾ ਆਪਦੇ ਮੂਲ ਦਾ ਵਿਰੋਧ ਕਰਦੀ ਹੈ, ਉਹੀ ਸੰਤ ਕੀ ਨਿੰਦਾ ਹੈ। ਅੰਤਰਾਤਮਾ ਨੂੰ ਹੀ ਸੰਤ ਕਿਹਾ ਹੈ। ਜਦੋਂ ਇੱਕ ਹੋ ਜਾਂਦੇ ਨੇ ਫਿਰ ਉਹਨੂੰ ਸੰਤ ਕਹਿੰਦੀ ਹੈ ਬਾਣੀ। ਉਹ ਕਹਿੰਦੇ ਭਾਈ ਕਿਵੇਂ ਛੱਡਦਾ, ਸੱਚ ਨੂੰ ਕਿਵੇਂ ਛੱਡਦਾ? ਰਾਮ ਨਾਮ ਨਾ ਛੋਡਾਂ ਗੁਰ ਦੀਆ ਬੁਝਾਏ। ਇਹਨੂੰ ਕੋਈ ਵੀ ਨਹੀਂ ਛੱਡ ਸਕਦਾ। ਜਿਹੜਾ ਇਹਨੂੰ ਹੁਣ ਸੁਣੂਗਾ, ਜਿਹੜੀ ਸਿੱਖ ਸੰਗਤ ਸੁਣੂ, ਉਹ ਵੀ ਨਹੀਂ ਛੱਡ ਸਕਦੇ। ਸੰਸਾਰ ਛੱਡ ਦੂਗਾ ਉਹ, ਪਰ ਗੁਰੂ ਨੂੰ ਨਹੀਂ ਛੱਡ ਸਕਦਾ। ਇਹ ਐਸਾ ਹੀ ਗਿਆਨ ਹੈ ਭਾਈ, ਇਹ ਪਰ ਭਾਗਾਂ ਨਾਲ ਮਿਲਦਾ। ਜਿਹੜੇ ਇਹਨੂੰ ਸੁਣਦੇ ਉਹਨਾਂ ਨੂੰ ਮਿਲਦਾ ਹੈ। ਸਾਡੀ ਮਨ ਬੁੱਧੀ ਦਾ ਵਿਸ਼ਾ ਨਹੀਂ ਇਹਨੂੰ ਵਿਚਾਰ ਕੇ ਅਸੀਂ ਗਿਆਨ ਪੈਦਾ ਕਰ ਲਾਂਗੇ। ਨਹੀਂ, ਕਦੇ ਵੀ ਨਹੀਂ ਹੋ ਸਕਦਾ। ਗੁਰਸਾਖੀ ਜੋਤ ਪ੍ਰਗਟ ਹੋਈ ਜਾਂ ਪਰ ਰਹਿ ਰਸ ਦੇ ਬਚਨ ਲਈ। ਗੁਰਸਾਖੀ ਕੀ ਹੁੰਦੀ ਹੈ? ਗਿਆਨ ਦੀ ਸਿੱਖਿਆ ਹੈ, ਗਿਆਨੀਆਂ ਦਾ ਮਾਰਗ ਹੈ ਭਾਈ। ਗਿਆਨ ਲੈਂਦੇ ਰਹਿਣਾ, ਫਿਰ ਜੋਤ ਪ੍ਰਗਟ ਹੁੰਦੀ ਹੈ ਗਿਆਨ ਦੀ। ਉਪਜਿਆ ਸਹਿਜ ਗਿਆਨ ਮਤ ਜਾਗੀ। ਜਦੋਂ ਮਨ ਟਿਕਦਾ, ਸਹਿਜ ਦੁਨੀਆ ਚੱਲਦਾ, ਫਿਰ ਗਿਆਨ ਮਤ ਪੈਦਾ ਹੁੰਦੀ। ਜਿਹੜੀ ਕਾਲਪਨਿਕ ਮਤ ਸਾਡੀ ਖਤਮ ਹੋ ਜਾਂਦੀ ਹੈ। ਉਹੀ ਤਾਂ ਕਾਲ ਸੀਗਾ। ਫਿਰ ਕਾਲ ਤੋਂ ਮੁਕਤ ਹੋ ਕੇ ਇਹਦੇ ਗੁਣ ਗਾਏ ਜਾਂਦੇ ਨੇ। ਉਹੀ ਜਪਜੀ ਸਾਹਿਬ ਸਤਿਗੁਰ ਸਮਝਾ ਰਹੇ ਨੇ, ਬਿਨ ਗੁਣ ਕੀਤੇ ਭਗਤ ਨਾ ਹੋਏ। ਭਾਈ ਭਗਤੀ ਕਿਵੇਂ ਕਰੋਗੇ ਤੁਸੀਂ ਉਹਦੀ? ਗੁਣ ਤੁਹਾਡੇ 'ਚ ਕੋਈ ਵੀ ਹੈ ਨਹੀਂ, ਨਿਰਭਉ ਤੁਸੀਂ ਹੈ ਨਹੀਂ, ਭੈ ਤੋਂ ਰਹਿਤ ਨਹੀਂ। ਨਾਲ ਕਿੱਡੀ ਕਿੱਡੀ ਵਾਢੀ ਗੱਲ ਲਈ ਫਿਰਦੇ ਹੋ, ਕਿੰਨੀ ਕਿੰਨੀ ਸੰਗਤ ਤੁਸੀਂ ਨਾਲ ਲਈ ਫਿਰਦੇ ਹੋ। ਭੈ ਤੁਹਾਡੇ ਅੰਦਰੋਂ ਗਿਆਨ ਨਹੀਂ ਹੈਗਾ। ਨਿਰਵੈਰ ਤੁਸੀਂ ਵੈਰ ਵਿਰੋਧ ਵੀ ਕਰੀ ਜਾਂਦੇ ਹੋ, ਇੱਕ ਦੂਏ ਨੂੰ ਬੁਰਾ ਭਲਾ ਕਹੀ ਜਾਂਦੇ ਹੋ। ਇੱਥੇ ਆ ਕੇ ਤਾਂ ਇਹ ਕੰਮ ਖਤਮ ਹੋ ਜਾਂਦਾ ਗੁਰਸਿੱਖ ਦਾ। ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜੋ ਉਪਜਿਆ ਕੋ ਭਲੇ ਕੋ ਮੰਦੇ। ਉਹ ਤਾਂ ਇਹੀ ਕਹਿੰਦਾ ਭਾਈ, ਕੁਦਰਤ ਦੇ ਸਭ ਬੰਦੇ ਨੇ। ਇਹੀ ਸੇਵਾ ਵਾ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਨ। ਇਹੀ ਦਾਨ ਹੈ, ਉਹ ਗੁਰਸਿੱਖਾਂ ਨੇ ਕਰਨਾ ਵਾ, ਜਿਹੜੇ ਗੁਰਸ਼ਬਦ ਦੀ ਕਮਾਈ ਕਰਨਗੇ। ਫਿਰ ਇਹ ਖੇਲ ਦੀ ਸਮਝ ਆਉਣੀ ਹੈ। ਨਹੀਂ ਤਾਂ ਸਾਖੀਆਂ ਤੋਂ ਪ੍ਰਭਾਵਿਤ ਹੈ ਅਸੀਂ, ਸਾਡਾ ਜੀਵਨ ਐਵੇਂ ਨਿਕਲ ਜਾਂਦਾ। ਸੰਡਾ ਮਰਕਾ ਸਭ ਜਾਏ ਪੁਕਾਰੇ, ਪ੍ਰਹਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ। ਉਹ ਜਿਹੜੇ ਵਿਦਵਾਨ ਸੀ, ਪ੍ਰਹਲਾਦ ਨੂੰ ਸਿੱਖਿਆ ਦਿੰਦੇ ਸੀਗੇ, ਉਹ ਵੀ, ਉਹਨਾਂ ਨੂੰ ਵੀ ਗਿਆਨ ਹੋ ਗਿਆ। ਉਹ ਪਿਤਾ ਜੀ ਨੂੰ ਕਹਿ ਰਿਹਾ ਪ੍ਰਹਲਾਦ ਦੇ ਨੂੰ ਵੀ ਜੋ ਭਗਤ ਜੀ ਕਹਿ ਰਹੇ ਠੀਕ ਹੀ ਹੈ। ਉਹ ਫਿਰ ਗੁੱਸਾ ਕਰਦਾ ਵਾ, ਉਹਦੀ ਘਰ ਵਾਲੀ ਨੂੰ ਕਹਿੰਦਾ ਵੀ ਇਹ ਆਪ ਤਾਂ ਵਿਗੜਿਆ, ਤਾਂ ਮੇਰੇ ਵਿਦਵਾਨ ਵੀ ਵਿਗਾੜੀ ਜਾਂਦਾ ਵਾ। ਕਿਉਂਕਿ ਇਹ ਗਿਆਨ ਐਸਾ ਹੈ ਭਾਈ, ਜਿਹੜਾ ਇਹਨੂੰ ਸੁਣ ਲੂਗਾ ਉਹਦੇ 'ਚ ਪਰਿਵਰਤਨ ਆ ਜਾਂਦਾ ਵਾ। ਕੋਈ ਵੀ ਸੁਣ ਲਵੇ, ਅਮਰ ਵੀ ਹੋ ਜਾਂਦਾ ਹੈ ਉਹ। ਸੰਸਾਰ 'ਤੇ ਉਹਦਾ ਖਹਿੜਾ ਛੁੱਟ ਜਾਂਦਾ। ਜੇ ਆਪਾਂ ਲਾਵਾਂ ਦੀ ਪਹਿਲੀ ਪੰਕਤੀ ਲਈਏ, ਪਹਿਲੜੀ ਲਾਮ ਪ੍ਰਵਿਰਤ ਕਰਮ ਦ੍ਰਿੜਾਇਆ ਬਲਰਾਮ ਜੀ। ਪਹਿਲੜੀ ਲਾਮ ਦਾ ਮਤਲਬ ਜਦੋਂ ਜੁੜਦੀ ਹੈ ਕੋਈ ਵੀ ਆਤਮਾ, ਜਿਵੇਂ ਆਪਾਂ ਕੋਈ ਸੰਸਾਰੀ ਭਾਵ ਲੈ ਲਈਏ ਪਹਿਲਾਂ, ਜਿਵੇਂ ਆਪਾਂ ਕਿਸੇ ਰੋਡ 'ਤੇ ਬਾਈਕ ਲਈ ਜਾਂਦੇ ਹਾਂ, ਅੱਗੇ ਸਾਨੂੰ ਰਸਤਾ ਬੰਦ ਆ ਜਾਂਦਾ, ਅੱਗੇ ਡਾਇਰੈਕਸ਼ਨ ਹੁੰਦੀ ਹੈ, ਆਪਾਂ ਉੱਧਰ ਨੂੰ ਮੂੰਹ ਕਰ ਲੈਂਦੇ ਹਾਂ, ਉੱਧਰ ਨੂੰ ਰਸਤਾ ਬਦਲ ਲੈਂਦੇ ਹਾਂ। ਇਵੇਂ ਜਦੋਂ ਬਾਣੀ ਸੁਣਨ ਤੋਂ ਬਾਅਦ ਕਿਸੇ ਵੀ ਆਤਮਾ ਨੂੰ ਗਿਆਨ ਹੁੰਦਾ, ਉਹ ਰਸਤਾ ਬਦਲ ਲੈਂਦੀ ਹੈ। ਕਦੋਂ ਬਦਲਦੀ? ਜਦੋਂ ਉਹਦੀ ਕਿਰਪਾ ਹੁੰਦੀ ਹੈ। ਇਹ ਪ੍ਰਵਿਰਤ ਮਾਰਗ ਹੈ ਭਾਈ, ਰਸਤਾ ਬਦਲ ਲੈਂਦੀ ਹੈ ਬੁੱਧੀ। ਪਹਿਲਾਂ ਅਸੀਂ ਜਿਹੜਾ ਕੀ ਹੈ ਜਮ ਮਾਰਗ ਨਰਕ ਨੂੰ ਜਾਂਦੇ ਹਾਂ। ਉਹੀ ਸਤਿਗੁਰ ਸਮਝਾ ਰਹੇ ਨੇ, ਨਾ ਤੇਰਾ ਨਿਰੰਕਾਰ ਹੈ, ਨਾ ਇਹ ਲਈਏ ਨਰਕ ਨਾ ਜਾਈਏ। ਬਚ ਜਾਂਦੇ ਨੇ ਜਿਹੜੇ ਸੁਣਦੇ ਨੇ ਭਾਈ। ਪਹਿਲੜੀ ਲਾਮ ਪ੍ਰਵਿਰਤ ਮਾਰਗ ਦ੍ਰਿੜਾਇਆ ਬਲਰਾਮ ਜੀ। ਉਹ ਪਹਿਲੜੀ ਲਾਮ ਹੁੰਦਾ ਜੁੜਨਾ। ਉਹ ਪਹਿਲੀ ਮੁੱਢਲੀ ਸਾਡੀ ਅਵਸਥਾ ਵਾ, ਪਰ ਅਸੀਂ ਤਾਂ ਪਹਿਲਾਂ ਹੀ ਬਹੁਤ ਵੱਡਾ ਭਰਮ ਪਾੜ ਲੈਂਦੇ ਭਗਤੀ ਦਾ। ਸੰਡਾ ਮਰਕਾ ਸਭ ਜਾਏ ਪੁਕਾਰੇ, ਪ੍ਰਹਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ। ਕਿਵੇਂ ਵਿਗੜਦੇ ਨੇ, ਕਿਵੇਂ ਦੂਏ 'ਤੇ ਅਸਰ ਹੋ ਜਾਂਦਾ? ਅੱਜ ਆਪਾਂ ਭਗਤ ਕਬੀਰ ਜੀ ਦਾ ਸਲੋਕ ਲੈਂਦੇ ਹਾਂ। ਗੰਗਾ ਕੇ ਸੰਗ ਲਲਤਾ ਵਿਗਰੀ, ਸੋ ਲਲਤਾ ਗੰਗਾ ਹੋਈ ਨਿਵਰੀ। ਜਿੰਨੀਆਂ ਵੀ ਨਦੀਆਂ ਨਾਲੇ ਛੋਟੇ ਛੋਟੇ ਆ ਕੇ ਜੇ ਗੰਗਾ 'ਚ ਪੈ ਗਏ, ਉਹ ਗੰਗਾ ਦਾ ਰੂਪ ਹੀ ਹੋ ਗਏ ਭਾਈ। ਵਿਗੜਨ ਤੋਂ ਮਤਲਬ ਆਪਦਾ ਰੂਪ ਛੱਡ ਕੇ। ਜਿਹੜਾ ਸਾਡਾ ਮਨ ਹੈ, ਇਹ ਜਿਹੜੀ ਗੁਰਬਾਣੀ ਹੈ, ਇਹ ਪਹਿਲਾਂ ਸੰਸਾਰੀ ਪਾਹ ਲਾਉਂਦੀ ਹੈ। ਜਿਹੜਾ ਸਾਡੇ 'ਤੇ ਪਾਹ ਚੜਿਆ ਸੰਸਾਰੀ ਗਿਆਨ ਦਾ,
ਜਿਵੇਂ ਆਪਾਂ ਦਹੀਂ ਜਮਾਉਂਦੇ ਹਾਂ ਦੁੱਧ ਤੋਂ, ਉਹ ਦਹੀਂ ਬਣ ਜਾਂਦਾ ਹੈ। ਜਾਗ ਲਾਉਂਦੇ ਹਾਂ ਨਾ, ਇਹ ਜਾਗ ਲਾਉਂਦੀ ਹੈ ਬਾਣੀ। ਦੁੱਧ ਦਾ ਰੂਪ ਤਾਂ ਫਿਰ ਰਿਹਾ ਨਹੀਂ, ਦਹੀਂ ਬਣ ਗਿਆ, ਵਿਗੜ ਗਿਆ, ਵਿਗੜ ਕੇ ਹੀ ਦਹੀਂ ਬਣਿਆ ਨਾ। ਫਿਰ ਦਹੀਂ ਨੂੰ ਜਦੋਂ ਅਸੀਂ ਰਿੜਕਿਆ, ਉਹ 'ਚੋਂ ਮੱਖਣ ਆ ਗਿਆ। ਜਦੋਂ ਮੱਖਣ ਨੂੰ ਅਸੀਂ ਗਰਮ ਕੀਤਾ, ਫਿਰ ਘਿਓ ਰਹਿ ਗਿਆ, ਉਹ ਤੱਤ ਆ ਗਿਆ। ਇਵੇਂ ਜਦੋਂ ਗੁਰ ਸ਼ਬਦ ਨੂੰ ਵਿਚਾਰਦੇ ਹਾਂ, ਸਾਡੀ ਜਿਹੜੀ ਬੁੱਧੀ ਹੈ ਰਸਤਾ ਬਦਲ ਲੈਂਦੀ ਹੈ। ਫਿਰ ਇਹਨੂੰ ਆਪਦੇ ਆਤਮਿਕ ਰਿਸ਼ਤੇ ਜਿਹੜੇ ਹੈਗੇ ਆ ਨਿਰਾਕਾਰ ਦੁਨੀਆ ਦੇ, ਉਹ ਸਮਝ ਆ ਜਾਂਦੀ ਹੈ, ਜਾਗ ਜਾਂਦੀ ਹੈ ਆਤਮਾ। ਉਹੀ ਭਗਤ ਜੀ ਸਮਝਾ ਰਹੇ ਨੇ, ਗੰਗਾ ਕੇ ਸੰਗ ਸਲਤਾ ਵਿਗਰੀ, ਸੋ ਸਲਤਾ ਗੰਗਾ ਹੋਈ ਨਿਬਰੀ। ਉਹਦੀ ਗੰਗਾ ਦਾ ਰੂਪ ਹੀ ਹੋ ਗਈ। ਵਿਗਰਿਓ ਕਬੀਰਾ ਰਾਮ ਦੁਹਾਈ, ਸਾਚ ਭਇਓ ਅਨ ਕਥੇ ਨਾ ਜਾਈ। ਹੁਣ ਕਬੀਰਾ ਰਾਮ ਦੀ ਦੁਹਾਈ ਦੇ ਰਿਹਾ, ਰਾਮ ਬਾਰੇ ਸਮਝਾ ਰਿਹਾ। ਜਿਹੜਾ ਸੰਸਾਰ ਹੈ ਉਹ ਮਨਮੱਤ ਹੈ, ਉਹ ਥੱਲੇ ਦੀ ਮੱਤ ਦੁਰਮੱਤ ਹੈ। ਕੋਈ ਜੜ ਨੂੰ ਪੂਜਦਾ ਹੈ, ਜਿਹੜੇ ਮਨਮੱਤ ਵਾਲੇ ਹੁੰਦੇ ਬੰਦੇ ਨੂੰ ਰੱਬ ਮੰਨੀ ਜਾਂਦੇ ਨੇ। ਸਤਿਗੁਰਾਂ ਦੇ ਵਚਨ ਲਈ ਆਪਾਂ ਸੁਖਮਨੀ ਸਾਹਿਬ ਦੇ, ਮਾਣਕ ਕੀ ਟੇਕ ਵਿਰਥੀ ਜਾਣ ਦੇਵਨ ਕੋ ਏਕੇ ਭਗਵਾਨ, ਕਿਉਂ ਨਹੀਂ ਛੱਡਿਆ? ਫਿਰ ਅਸੀਂ, ਸਾਨੂੰ ਗਿਆਨ ਹੀ ਨਹੀਂ ਹੋਇਆ, ਅਸੀਂ ਬਾਣੀ ਸੁਣੀ ਹੀ ਨਹੀਂ ਹੈਗੀ। ਫਿਰ ਵੀ ਅਸੀਂ ਬੰਦੇ ਦੀ ਆਸ ਰੱਖੀ, ਤਾਂ ਰੱਖੀ ਨਾ, ਗੁਰੂ ਛੱਡਤਾ ਅਸੀਂ। ਗੁਰੂ ਤੋਂ ਹੀ ਗਿਆਨ ਹੋਣਾ ਸੀਗਾ, ਬਾਣੀ ਛੱਡਤੀ ਅਸੀਂ। ਬਾਣੀ ਅਸੀਂ ਮਾਇਆ ਕਰਕੇ ਪੜ੍ਹਦੇ ਹਾਂ। ਮਾਇਆ ਭਾਈ ਸਾਡੇ ਪੜ੍ਹਨ ਕਰਕੇ ਨਹੀਂ ਆਉਂਦੀ। ਜਿਹੜੇ ਨਹੀਂ ਪੜ੍ਹਦੇ ਉਹ ਫਿਰ ਇੰਨੇ ਅਮੀਰ ਕਿਵੇਂ ਹੋ ਗਏ? ਉਹ ਤਾਂ ਸਾਰਿਆਂ ਨੂੰ ਦੇ ਰਿਹਾ। ਜੇ ਮੰਗ ਕੇ ਮਿਲਦਾ ਫਿਰ ਤਾਂ ਕੰਮ ਕਰਨ ਦੀ ਲੋੜ ਹੀ ਨਹੀਂ। ਹੁਣ ਭਗਤ ਕਬੀਰ ਜੀ ਦੁਹਾਈ ਦੇ ਰਹੇ ਨੇ, ਦੁਹਾਈ ਮਤਲਬ ਜਸ ਕਰ ਰਹੇ ਨੇ। ਉਹ ਕਹਿੰਦੇ ਭਾਈ ਸਾਚ ਪਏ ਵਨ ਕਤੇ ਨਾ ਜਾਏ। ਜਿਹਨੂੰ ਸੱਚ ਦਾ ਗਿਆਨ ਹੋ ਜਾਂਦਾ ਉਹਨੂੰ ਮਨ ਕਿਤੇ ਨਹੀਂ ਜਾਂਦਾ, ਰਹਾਓ। ਅੱਗੇ ਭਗਤ ਜੀ ਸਮਝਾਉਂਦੇ ਨੇ, ਚੰਦਨ ਕੇ ਸੰਗ ਤਰਬਰ ਵਿਗਰਿਓ, ਸੋ ਤਰਬਰ ਚੰਦਨ ਹੋਏ ਨਿਬਰਿਓ। ਤਰਬਰ ਬ੍ਰਿਸ਼, ਕੋਈ ਚੰਦਨ ਦੇ ਦਰਖਤ ਕੋਲੇ ਖੜਾ ਸੀ, ਉਹਦੇ ਵਿੱਚੋਂ ਵੀ ਖੁਸ਼ਬੂ ਆਉਣ ਲੱਗ ਗਈ। ਇਸੇ ਤਰ੍ਹਾਂ ਜਦੋਂ ਗੁਰਬਾਣੀ ਦੇ ਸ਼ਬਦ ਦਾ ਗਿਆਨ ਕਿਸੇ ਨੂੰ ਵੀ ਹੋਊਗਾ, ਉਹਦੀ ਗੁਰੂ ਦੀ ਰਹਿਮਤ ਹੋ ਗਈ, ਉਹਦੇ ਅੰਦਰੋਂ ਗਿਆਨ ਪ੍ਰਗਟ ਹੋਇਆ, ਇਹ ਐਸੀ ਖੁਸ਼ਬੂ ਹੈ ਚੰਦਨ ਵਾਂਗੂ, ਫਿਰ ਜਾਂਦੀ ਨਹੀਂ ਹੈਗੀ। ਅੱਗੇ ਭਗਤ ਕੀ ਸਮਝਾਉਂਦੇ ਨੇ, ਪਾਰਸ ਕੇ ਸੰਗ ਤਾਂਬਾ ਵਿਗਰਿਓ। ਜਿਵੇਂ ਆਪਾਂ ਸੋ ਤਾਂਬਾ ਕਾਂਚਨ ਹੋਏ ਨਿਬਰਿਓ, ਸੋਨੇ ਨੂੰ, ਸੋਨਾ ਤਾਂਬੇ ਤੋਂ ਬਿਨਾਂ ਨਹੀਂ ਬਣਦਾ, ਫਿਰ ਉਹ ਬੱਚੇ ਉਹਦੇ ਪਾਉਣਾ ਪੈਂਦਾ ਵਾ। ਪਰ ਤਾਂਬਾ ਆਪਦਾ ਰੂਪ ਛੱਡ ਜਾਂਦਾ ਵਾ। ਇੱਥੇ ਖਾਲੀ ਆਪਾਂ ਸੰਸਾਰੀ ਪ੍ਰਮਾਣ ਹੀ ਲੈਣੇ ਆ ਭਗਤ ਜੀ ਦੇ। ਇਵੇਂ ਜਿਹੜਾ ਸਾਡਾ ਮਨ ਬੁੱਧੀ ਹੈ, ਫਿਰ ਛੱਡ ਕੇ ਜਿਹੜੇ ਹੈਗੇ ਆ ਇਹ ਆਪਣੇ ਹਰ ਮੂਲ ਨਾਲ ਜੁੜ ਜਾਂਦੇ ਨੇ। ਪਾਰਸ ਕੇ ਸੰਗ ਤਾਂਬਾ ਵਿਗਰਿਓ, ਸੋ ਤਾਂਬਾ ਕਾਂਚਨ ਹੋਏ ਨਿਬਰਿਓ। ਸੋਨੇ ਹੀ ਬਣ ਗਿਆ ਫਿਰ ਉਹੀ। ਇਵੇਂ ਜਦੋਂ ਸਾਨੂੰ ਗੁਰ ਸ਼ਬਦ ਦਾ ਗਿਆਨ ਹੁੰਦਾ ਹੈ, ਸਾਡੀ ਆਤਮਾ ਪ੍ਰਾਤਮਾ 'ਚ ਲੈ ਹੋ ਜਾਂਦੀ ਹੈ। ਉਹੀ ਤਾਂ ਹਰ ਦਰਸ਼ਨ ਹੈ ਭਾਈ। ਬਾਣੀ ਹਰ ਦਰਸ਼ਨ ਕਰਾਉਂਦੀ ਹੈ, ਹਰ ਕਥਾ ਇਹ। ਸੰਤਨ ਸੰਗ ਕਬੀਰਾ ਵਿਗਰਿਓ, ਸੋ ਕਬੀਰਾ ਰਾਮੇ ਹੋਏ ਨਿਬਰਿਓ। ਇਹ ਸੰਤਨ ਦੀ ਬਾਣੀ ਹੈ ਭਾਈ। ਕਰੋ ਬੇਨਤੀ ਸੁਣੋ ਮੇਰੇ ਮਿੱਤਰ, ਰਹਿ ਰਾਹ 'ਚ ਆਪਾਂ ਨੂੰ ਆਉਂਦਾ ਹੈ, ਸੰਤ ਟਹਿਲ ਕੀ ਵੇਲਾ। ਪਰ ਅਸੀਂ ਤਾਂ ਸੰਤ ਹੀ ਬਾਹਰ ਮੰਨੀ ਬੈਠੇ ਹਾਂ, ਇੱਥੇ ਫਿਰ ਦਰਸ਼ਨ ਕਿਵੇਂ ਆਉਣਾ ਸੀਗਾ? ਇਹ ਦਰਸ਼ਨ ਆਤਮਾ ਦੇ ਨੇ, ਜਿਹੜੇ ਅਸੀਂ ਕਰਦੇ ਹਾਂ ਉਹ ਅੱਖਾਂ ਨਾਲ ਨੇ। ਅੱਖਾਂ ਨਾਲ ਦੇਖਣਾ ਕਹਿੰਦੇ ਨੇ, ਬੁੱਧੀ ਨਾਲ ਵੇਖਣਾ ਕਹਿੰਦੇ ਨੇ। ਉਹ ਵੇਖਣਾ ਦਿਵ ਦ੍ਰਿਸ਼ਟੀ ਦਾ, ਫਿਰ ਸ਼ਬਦ ਗਿਆਨ ਨਾਲ ਹੋਊਗੀ ਨਾ ਵੀ ਸੰਤ ਕੀ ਆ, ਚੋਰ ਕੀ ਹੈ, ਸਾਧ ਕੀ ਹੈ। ਉਹੀ ਭਗਤ ਜੀ ਸਮਝਾ ਰਹੇ ਨੇ, ਸੰਤਨ ਸੰਗ ਕਬੀਰਾ ਵਿਗਰਿਓ, ਸੋ ਕਬੀਰਾ ਰਾਮੇ ਹੋਏ ਨਿਬਰਿਓ। ਉਹ ਰਾਮ ਰੂਪ ਹੀ ਹੋ ਗਏ ਭਗਤ ਜੀ। ਐਂ ਵਿਗੜ ਜਾਂਦੇ ਆ ਭਾਈ ਜਿਹੜੇ ਵੀ ਗੁਰਬਾਣੀ ਨੂੰ ਸੁਣਦੇ ਨੇ, ਵਿਚਾਰਦੇ ਨੇ, ਗੁਰੂਆਂ ਦੇ ਦਰਸਾਏ ਰਾਹ 'ਤੇ ਚੱਲਦੇ ਨੇ। ਵਿਗੜਨ ਤੋਂ ਮਤਲਬ ਮਨ ਦਾ ਸੁਭਾਅ ਬਦਲ ਜਾਣਾ। ਜਿਵੇਂ ਦੁੱਧ ਨੂੰ ਜਾਗ ਲਾ ਤਾਂ ਦਹੀਂ ਬਣ ਗਿਆ, ਦੁੱਧ ਵਿਗੜ ਕੇ ਹੀ ਭਾਈ ਫਿਰ ਦਹੀਂ ਬਣਿਆ। ਇਵੇਂ ਸਾਡੀ ਜਿਹੜੀ ਮਨ ਬੁੱਧੀ ਹੈ, ਫਿਰ ਜਦੋਂ ਉਹਨੂੰ ਚਾਨਣ ਹੋ ਜਾਂਦਾ, ਜਦੋਂ ਜਾਗ ਜਾਂਦੀ ਹੈ, ਉਹਨੂੰ ਤਾਂ ਅੰਮ੍ਰਿਤ ਵੇਲਾ ਕਿਹਾ। ਜਾਗ ਕੇ ਆਪਾਂ ਇੱਥੇ ਜੁੜ ਸਕਦੇ ਹਾਂ। 12 ਮਾਹ ਦੇ ਵਿੱਚ ਸਤਿਗੁਰ ਸਮਝਾ ਰਹੇ ਨੇ, ਚੇਤੀ ਗੋਬਿੰਦ ਰਾਧੀਏ ਹੋਵੇ ਆਨੰਦ ਘਣਾ। ਚੇਤੀ ਹੁੰਦਾ ਜਾਗ ਕੇ। ਸੁੱਤੇ ਪਏ ਨੂੰ ਕੀ ਪਤਾ ਭਾਈ, ਕੋਈ ਉਹਨੂੰ ਬੁਰਾ ਕਹੀ ਜਾਏ, ਕੋਈ ਭਲਾ ਭਾਈ ਕੁਛ ਵੀ ਕਹੀ ਜਾਓ ਉਹਨੂੰ, ਆਪਾਂ ਉਹਨੂੰ ਨਹੀਂ ਪਤਾ ਸੁੱਤਾ ਪਿਆ ਵਾ। ਇਵੇਂ ਹੀ ਸਾਨੂੰ ਜਿਹੜੇ ਬਕਾਰ ਹੈ ਸਲਾ ਕੇ ਰੱਖਦੇ ਨੇ, ਇਹ ਮਾਇਆ ਨਾਲ ਜੋੜ ਕੇ ਰੱਖਦੀ ਨੇ। ਤੂੰ ਖਹਿੜਾ ਛਡਾਉਣਾ ਵਾ, ਉਹੀ ਅੱਗੇ ਆ ਜਾਣਾ ਆਪਾਂ ਨੂੰ। ਦੁਸ਼ਟ ਸਭਾ ਮੈਂ ਮੰਤਰ ਪਕਾਇਆ, ਪ੍ਰਹਲਾਦ ਕਾ ਰਾਖਾ ਹੋਏ ਰਗਰਾਇਆ। ਸਲਾਹ ਬਣਾਈ, ਵਿਚਾਰ ਕੀਤੀ ਉਹਨਾਂ ਨੇ। ਕਾਫੀ ਸਾਖੀਆਂ ਬਣੀਆਂ ਹੋਈਆਂ ਨੇ। ਜੋ ਹੋਲਕਾ ਨੂੰ ਵਰ ਮਿਲਿਆ ਹੋਇਆ ਸੀਗਾ, ਉਹ ਪ੍ਰਹਲਾਦ ਨੂੰ ਕਹਿੰਦੀ, ਉਹਦੇ ਪਿਤਾ ਭਰਾ ਨੂੰ ਕਹਿੰਦੀ, ਮੈਂ ਇਹਨੂੰ ਬੁੱਕਲ 'ਚ ਲੈ ਕੇ ਬਹਿ ਜੂੰਗੀ, ਮੈਨੂੰ ਵਰ ਮਿਲਿਆ, ਮੈਂ ਜਲਣਾ ਨਹੀਂ ਗਾ, ਇਹ ਪ੍ਰਹਲਾਦ ਮਰ ਜਾਊਗਾ। ਇਹ ਸਭ ਗੱਲਾਂ ਨੇ ਭਾਈ। ਹੋਲਕਾ ਕੀ ਹੁੰਦੀ ਹੈ? ਹੋਲਕਾ ਹੁੰਦੀ ਹੈ ਕਲਪਨਾ। ਇਹੀ ਤਾਂ ਸਪਣੀ ਹੈ ਭਾਈ, ਇਹਨੇ ਤਾਂ ਜਲਣਾ ਵਾ। ਹੁਣ ਆਪਾਂ ਜਾਲਦੇ ਵੀ ਹਾਂ ਹੋਲਕਾ ਨੂੰ, ਉਹ ਬਾਹਰ ਜਾਲੀ ਜਾਂਦੇ ਹਾਂ ਹੋਲੀ ਵੇਲੇ। ਇਹੀ ਹੋਲਕਾ ਵਾ, ਇਹ ਕਲਪਨਾ। ਜਦ ਤੱਕ ਸਾਡੀ ਇਹ ਜਲਦੀ ਨਹੀਂ, ਸਾਨੂੰ ਸੰਸਾਰ ਤੋਂ ਖਹਿੜਾ ਨਹੀਂ ਛੁੱਟਦਾ ਸਾਡਾ, ਸਾਨੂੰ ਸੰਸਾਰ ਤੋਂ ਮੁਕਤੀ ਨਹੀਂ ਮਿਲਦੀ ਹੈਗੀ। ਇਹੀ ਤਾਂ ਹੋਲਕਾ ਸੀ। ਪਰ ਉਹਦੀਆਂ ਵੀ ਬਹੁਤ ਸਾਖੀਆਂ ਬਣ ਗਈਆਂ।
ਚਲੋ ਆਪਾਂ ਗੁਰਮਤਿ ਅਨੁਸਾਰ ਹੀ ਸਮਝਣਾ ਵਾ। ਪ੍ਰਹਲਾਦ ਕਾ ਰਾਖਾ ਹੋਏ ਰਗੜਾ, ਜਿਹੜੇ ਕੁਦਰਤ 'ਤੇ ਭਰੋਸਾ ਕਰਦੇ ਆ ਭਾਈ, ਉਹਨਾਂ ਦਾ ਕੋਈ ਕੀ ਵਿਗਾੜ ਸਕਦਾ ਹੈ। ਜੇ ਆਪਾਂ ਸੁਖਮਨੀ ਸਤਿਗੁਰਾਂ ਦੇ ਵਚਨ ਲਈਏ, ਆਪਣੇ ਜਨ ਕਾ ਪਰਦਾ ਢੱਕ ਕੇ, ਆਪਣੇ ਜਨ ਕੀ ਸਿਰ ਪਰ ਰੱਖ ਕੇ, ਆਪਣੇ ਜਨ ਕੋ ਦੀ ਵਡਾਈ। ਪਰ ਜਨਤਾ ਬਣੀ ਇਸ ਤਾਂ ਬਰਾਬਰੀ ਕਰਦੇ ਆ ਖਸਮ ਦੀ। ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਮੁੰਜਾਰੇ। ਜਿਹੜਾ ਖਸਮ ਪਰਮੇਸ਼ਰ ਨੂੰ ਹੁਕਮ ਨੂੰ ਜਿਹਨੇ ਛੱਡਤਾ, ਡੁੱਬ ਗਏ ਸਾਰੇ। ਚਾਹੇ ਸੰਸਾਰ ਨੂੰ ਕਿਆ ਮੰਨੀ ਜਾਵੇ, ਕੁਛ ਵੀ ਵੱਡਾ ਮੰਨਦਾ ਹੋਵੇ, ਸਭ ਨੂੰ ਪੂਜਦਾ ਵੀ ਕਿਉਂ ਨਾ ਹੋਵੇ, ਦਰਗਾਹ 'ਚ ਨਹੀਂ ਚੜ੍ਹਦਾ ਭਾਈ। ਇਹ ਦਰਗਾਹ 'ਚ ਤਾਂ ਉਹੀ ਜਾਊਗਾ ਜਿਹੜਾ ਇੱਥੋਂ ਪਹਿਲਾਂ ਪ੍ਰਵਾਨ ਹੋਊਗਾ, ਜਿਹਦੇ ਰਹਿਮਤ ਹੋਊਗੀ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਵੈਸਣ ਪਾਈਏ। ਦਰਗਾਹ ਜਗ੍ਹਾ ਨਹੀਂ ਮਿਲਦੀ ਭਾਈ। ਗੁਰੂ ਕਿਰਪਾ ਲੈਣੀ ਆਪਾਂ, ਗੁਰ ਕਿਰਪਾ ਗਿਆਨ ਦੀ ਕਿਰਪਾ ਲੈਣੀ ਹੈ, ਫਿਰ ਸਾਨੂੰ ਸਮਝ ਆਉਣੀ ਹੈ, ਫਿਰ ਅਸੀਂ ਅਰਦਾਸ ਕਰਨੀ ਹੈ, ਫਿਰ ਸਾਡੀ ਅਰਦਾਸ ਬਿਰਥ ਹੀ ਨਹੀਂ ਜਾਊਗੀ। ਹਾਥ ਖੜਗ ਕਰਤਾਇਆ ਅੰਤ ਹੰਕਾਰ, ਕਹਿੰਦੇ ਉਹ ਦਿਖਾਉਂਦੇ ਨੇ ਵੀ ਕਿਰਪਾਨ ਕੱਢੀ ਉਹਨੇ। ਖੜਗ ਗਿਆਨ ਹੁੰਦਾ ਹੈਗਾ। ਗਿਆਨ ਨਾਲ ਧਰਮ ਦੀ ਦੁਨੀਆ ਦੇ ਵਿੱਚ ਵਿਚਾਰ ਹੁੰਦੀ ਹੈ, ਬਹਿਸ ਹੁੰਦੀ ਹੈ। ਕਿਰਪਾਨਾਂ ਨਾਲ ਨਹੀਂ ਲੜਾਈ ਹੁੰਦੀ। ਕਿਰਪਾਨਾਂ ਨਾਲ ਲੜਾਈ ਹੁੰਦੀ ਹੈ ਰਾਜ ਨਾਲ, ਹਥਿਆਰਾਂ ਨਾਲ। ਜਿਹੜੀ ਧਰਮ ਦੀ ਦੁਨੀਆ ਦੀ ਲੜਾਈ ਹੁੰਦੀ ਹੈ ਉਹ ਵਿਚਾਰ 'ਤੇ ਬਹਿਸ ਹੁੰਦੀ ਹੈ। ਬਹਿਸ 'ਚੋਂ ਨਿਕਲਦਾ ਕੁਛ ਨਹੀਂ, ਵਿਚਾਰ ਵਾਲੇ ਨਿਕਲ ਜਾਂਦੇ ਨੇ। ਹਰ ਤੇਰਾ ਕਹਾਂ ਤੁਝੇ ਲੈ ਉਬਾਰ, ਕਿੱਥੇ ਆ ਕਹਿੰਦੇ ਭਾਈ ਤੇਰਾ ਦਿਖਾ ਸਾਨੂੰ। ਜਿਵੇਂ ਭਗਤ ਕਬੀਰ ਜੀ ਦਾ ਪਹਿਲਾਂ ਆਪਾਂ ਸਲੋਕ ਪਾਇਆ ਵਾ ਵੀ ਤੇਰਾ ਖੁਦਾ ਤੈਨੂੰ ਦੇਖਦੇ ਬਚਾਊਗਾ ਅੱਜ। ਫਿਰ ਦੇਖੋ ਬਚਾਇਆ ਉਹਨੇ। ਹਾਥੀ ਬਾਰ-ਬਾਰ ਆ ਕੇ ਪੈਰੀਂ ਹੱਥ ਲਾ ਰਿਹਾ, ਨਮਸਕਾਰ ਕਰ ਰਿਹਾ ਭਗਤ ਜੀ ਦੇ। ਭਗਤ ਜੀ ਤਾਂ ਕੁਛ ਨਹੀਂ ਕਹਿ ਰਹੇ, ਤਾਂ ਬੈਠੇ ਨੇ। ਇਹ ਭਗਤਾਂ ਦਾ ਜਿਹੜਾ ਹੈਗਾ ਮਾਰਗ, ਇਹ ਤਾਂ ਕੌਤਕ ਹੀ ਹੁੰਦੇ ਨੇ ਭਾਈ। ਜਿਹੜੇ 'ਤੇ ਚੱਲੂਗਾ ਉਹਨੂੰ ਹੀ ਸਮਝ ਆਉਣੀ ਹੈ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ। ਜਿਹੜੇ ਮਾਰਗ 'ਤੇ ਚੱਲਣਗੇ ਉਹਨਾਂ ਨੂੰ ਹੀ ਸਮਝ ਆਉਣੀ ਆ। ਉਹ ਜਿਹੜੇ ਸਾਖੀਆਂ ਤੋਂ ਪ੍ਰਭਾਵਿਤ ਨਹੀਂ, ਉਹੀ ਉੱਥੋਂ ਬਾਹਰ ਆਉਣਗੇ ਜਿਹੜੇ ਗੁਰਸ਼ਬਦ ਦਾ ਗਿਆਨ ਲੈਣ। ਅੱਗੇ ਆ ਗਿਆ ਖਿਨਮੇ ਭਿਆਨ ਰੂਪ ਨਿਕਸਿਆ ਥੰਮ ਉਪਾੜ। ਥੰਮ ਉਪਾੜ ਦੀ ਗੱਲ ਬਹੁਤ ਵੱਡੀ ਬਣਾਈ ਹੋਈ ਹੈ ਸਾਖੀ, ਵੀ ਉਹ ਥੰਮ 'ਚੋਂ ਨਿਕਲਿਆ। ਫਿਰ ਤਾਂ ਕੁਦਰਤ ਜੜ ਹੋ ਗਈ ਭਾਈ, ਵੀ ਥੰਮ 'ਚੋਂ ਨਿਕਲਿਆ। ਥੰਮ ਦੇ ਵਿੱਚ ਬੈਠਾ ਸੀ ਉਹ। ਥੰਮ ਕੀ ਹੁੰਦਾ, ਆਪਾਂ ਥੰਮ ਵਿਚਾਰੀਏ। ਜਦੋਂ ਸਾਡੀਆਂ ਮਨਸਾਂ ਥੰਮ ਜਾਂਦੀਆਂ ਨਾ, ਜੇ ਆਪਾਂ ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਲਈਏ, ਜਿਉਂ ਮੰਦਰ ਕੋ ਥਾਮੇ ਥੰਮਨ, ਤਿਉਂ ਗੁਰ ਕਾ ਸ਼ਬਦ ਮਨੇ ਅਸਥੰਭਨ। ਇਹ ਗੁਰ ਕਾ ਸ਼ਬਦ ਐਸਾ ਹੈ ਭਾਈ, ਇੱਛਾ ਨੂੰ ਐਂ ਖੜਾ ਦਿੰਦਾ ਜਿਵੇਂ ਮੰਦਰਾਂ 'ਤੇ ਆਪਣੇ ਥੰਮਾਂ 'ਤੇ ਮੰਦਰ ਖੜਾ ਹੈ, ਐਂ ਥਿਰ ਹੋ ਜਾਂਦਾ। ਉਹਨੂੰ ਵੀ ਅੱਗੇ ਸਮਝਾਵੇ ਸਤਿਗੁਰ ਥਿਰ ਕਰ ਵੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਸ ਸਵਾਰੇ। ਜੋ ਥਿਰ ਹੁੰਦਾ ਹੈ, ਜਦੋਂ ਮਨ ਚਿੱਤ ਇੱਕ ਹੋ ਜਾਂਦੇ ਨੇ, ਆਤਮਾ ਪ੍ਰਾਤਮਾ ਇੱਕ ਹੋ ਜਾਂਦੀ ਹੈ, ਉਹਦੇ ਵਿੱਚੋਂ ਫਿਰ ਜਿਹੜਾ ਹੈਗਾ ਹੁਕਮ ਪ੍ਰਗਟ ਹੁੰਦਾ, ਜਿਹਨੂੰ ਦੁਨੀਆ ਤਰਸਦੀ ਹੈ। ਉਹਨੂੰ ਨਾਮ ਕਿਹਾ ਹੈ, ਸ਼ੰਖਨਾਦ ਵੀ ਕਿਹਾ ਹੈ। ਜਦੋਂ ਸ਼ੰਖਨਾਦ ਹੁੰਦਾ ਵਾ, ਉਹਦੇ ਅੱਗੇ ਕੋਈ ਨਹੀਂ ਖੜ ਸਕਦਾ, ਉਹਦੇ ਅੱਗੇ ਕੋਈ ਵੀ ਵਿਚਾਰ ਨਹੀਂ। ਸਾਰੇ ਭੈ ਭੀਤ ਹੋ ਜਾਂਦੇ ਨੇ। ਭਿਆਨ ਰੂਪ ਹੋਇਆ ਤਾਂ ਫਿਰ ਖਤਰਨਾਕ ਹੋ ਗਿਆ ਫਿਰ ਕੁਦਰਤ। ਨਹੀਂ, ਐਸੀ ਗੱਲ ਨਹੀਂ ਹੈਗੀ। ਜਦੋਂ ਮਨਸਾ ਸਾਡੀਆਂ ਥੰਮ ਜਾਂਦੀਆਂ ਨੇ, ਦੇਵ ਲੋਕ ਅਸੀਂ ਪਹੁੰਚ ਜਾਂਦੇ ਹਾਂ, ਸਾਡੀ ਭਗਤੀ ਸ਼ੁਰੂ ਹੁੰਦੀ ਹੈ, ਥਿਰ ਹੋ ਜਾਂਦੀ ਹੈ ਆਤਮਾ, ਉਹਦੇ ਵਿੱਚੋਂ ਫਿਰ ਉਹ ਨਾਮ ਪ੍ਰਗਟ ਹੁੰਦਾ। ਜੇ ਆਪਾਂ ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਲਈਏ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸ਼ਰਾਮ, ਸੁਨ ਸਮਾਦ ਤੈ ਅਨਹਦ ਨਾਦ। ਉਹ ਜਦੋਂ ਮਨ ਸਹਿਜ ਤੋਂ ਸੁਣ ਜਾਂਦਾ, ਫਿਰ ਉਹ ਸੁਣਿਆ ਜਾਂਦਾ। ਉਹ ਭਗਤਾਂ ਨੇ ਸੁਣਿਆ, ਉਹ ਆਪਾਂ ਨੂੰ ਦੱਸਿਆ ਵਾ। ਉਹਨੂੰ ਕਿਹਾ ਹੋਇਆ ਨਰਸਿੰਘਾ। ਜਿਹੜਾ ਉਹਦਾ ਪ੍ਰਹਲਾਦ ਦਾ ਪਿਤਾ ਜੀ ਦਾ ਸੀਗਾ ਧਰਮ, ਜੋ ਵੀ ਆਪਦੇ ਨੂੰ ਮੰਨੀ ਬੈਠਾ ਸੀ, ਉਹਨੇ ਹਾਰ ਮੰਨ ਲਈ। ਉਹਨੂੰ ਚੁੱਪ ਕਰਨਾ ਪਿਆ। ਇਵੇਂ ਜਿਵੇਂ ਗੁਰੂ ਸਾਹਿਬ ਨੇ ਚਾਰੇ ਕੁੰਟਾਂ ਜਾ ਕੇ ਸਮਝਾਇਆ, ਵਿਚਾਰ ਨਾਲ ਹੀ ਸਮਝਾਇਆ, ਸਾਰਾ ਧਰਮ ਦੀ ਦੁਨੀਆ ਸਮਝਾਇਆ ਉਹਨੂੰ ਧਰਮ ਕੀ ਹੁੰਦਾ ਵਾ। ਉਹਨੇ ਉਹ ਗੱਲ ਮੰਨ ਲਈ। ਹਰਨਾਕਸ ਨਖੀ ਵਿਦਾਰਿਆ ਪ੍ਰਹਲਾਦ ਲਿਆ ਵਾਰ। ਪ੍ਰਹਲਾਦ ਦੀ ਜਿਹੜੀ ਸੀਗੀ ਇਹ ਗੁਰਮਤਿ ਬਾਣੀ ਉਹਨੇ ਕਬੂਲ ਕੀਤੀ। ਉਹਨੂੰ ਵੀ ਗਿਆਨ ਹੋ ਗਿਆ। ਉਹ ਵੀ ਭਾਗਾਂ ਵਾਲਾ ਸੀਗਾ। ਜਿਹੜੀ ਭਗਤ ਨਾਲ ਜਿਹਦੀ ਵਿਚਾਰ ਹੋਈ, ਜਿਹਦੇ ਘਰ ਭਗਤ ਪੈਦਾ ਹੋ ਗਿਆ, ਉਹ ਵੀ ਭਾਗਾਂ ਵਾਲਾ ਹੀ ਸੀਗਾ। ਸੰਤ ਜਨਾਂ ਕੇ ਹਰਿ ਜਿਉ ਕਾਰਜ ਸਵਾਰ। ਜਿਹੜੇ ਸੰਤ ਜਨ ਹੁੰਦੇ ਆ ਭਾਈ, ਇਹ ਸੰਤ ਜਨਾਂ ਦੀ ਬਾਣੀ ਹੈ, ਉਹ ਉਹਨਾਂ ਦੇ ਕਾਰਜ ਆਪ ਹੀ ਸਵਾਰਦਾ ਵਾ। ਹੁਣ ਵੀ ਕੋਈ ਸੰਤ ਜਨ ਬਣੂਗਾ, ਗੁਰੂ ਭਗਤਾਂ ਦੇ ਦਸਾਏ ਰਾਹ 'ਤੇ ਚੱਲੂਗਾ, ਉਹਦੇ ਰਹਿਮਤ ਨਾ ਹੋਵੇ, ਕੁਦਰਤ ਨਾ ਕਰੇ, ਕਦੇ ਵੀ ਨਹੀਂ ਹੋ ਸਕਦਾ ਭਾਈ। ਹੋਊਗੀ, ਪਰ ਅਸੀਂ ਕਰਦੇ ਹੀ ਨਹੀਂ ਹੈਗੇ, ਅਸੀਂ ਅਮਲ ਨਹੀਂ ਕਰਦੇ। ਪ੍ਰਹਲਾਦ ਜਨ ਕੇ 21 ਕੁਲ ਤਾਰੇ। ਕੁਲਾਂ ਦੀ ਗੱਲ ਨਹੀਂ ਹੈ ਭਾਈ, ਕੁਲਾਂ ਸੰਸਾਰ 'ਚ ਰਹਿ ਜਾਂਦੀਆਂ ਨੇ। ਇਹ ਗੁਰਪੀੜ੍ਹੀ ਹੈ, ਜਦੋਂ ਕਿਤੇ ਵੀ ਇਹ ਪ੍ਰਗਟ ਹੋ ਜਾਂਦੀ ਹੈ ਇਹ ਗੁਰਬਾਣੀ, ਇਹ ਫਿਰ ਪੀੜ੍ਹੀ ਚੱਲਦੀ ਹੈ ਬਹੁਤ ਦੇਰ ਤੱਕ।
ਇਹ ਹੁਣ ਕੁਦਰਤੀ ਜਾਣਦੀ ਹੈ ਕਿੰਨੀਆਂ ਕੁੱਲਾਂ ਉਤਾਰਨੀਆਂ ਨੇ, ਕੀ ਹੈ। ਆਤਮਾ ਦੀ ਕੋਈ ਕੁੱਲ ਨਹੀਂ ਹੁੰਦੀ। ਇਹ ਸਰੀਰ ਕਰਕੇ ਜਾਤੀ ਜਿਹੜੀ ਕੁੱਲਾਂ ਨੇ ਸਾਡੀਆਂ ਸਰੀਰ ਕਰਕੇ ਥੱਲੇ ਰਹਿ ਜਾਂਦੀਆਂ। ਗੁਰ ਕੇ ਸ਼ਬਦ ਹਉਮੈ ਬਿਖ ਮਾਰੇ, ਗੁਰ ਕੇ ਸ਼ਬਦ ਨਾਲ, ਗੁਰੂ ਸ਼ਬਦ ਦੇ ਗਿਆਨ ਨਾਲ ਜਿਹੜੀ ਹਉਮੈ ਆ ਇਹੀ ਬਿਖ ਮਾਰਨੀ ਅਸੀਂ ਭਾਈ। ਫਿਰ ਸਾਨੂੰ ਇਹ ਖੇਡ ਸਮਝ ਆਉਣੀ ਹੈ, ਫਿਰ ਸਾਡਾ ਸੰਸਾਰ 'ਤੇ ਆਇਆ ਸਫਲ ਹੋਣਾ ਵਾ। ਨਾਨਕ ਰਾਮ ਨਾਮ ਸੰਤ ਨਿਸਤਾਰੇ। ਇਹ ਰਾਮ ਨਾਮ ਐਸਾ ਹੈ ਭਾਈ, ਇਹ ਗੁਰਦੇਵ ਦਾ ਗਿਆਨ ਹੈ, ਇਹ ਗਰੰਟੀ ਹੈ ਵੀ ਜਿਹੜਾ ਵੀ ਇੱਧਰ ਜੁੜੂਗਾ ਉਹ ਪਾਰ ਜਾਊਗਾ। ਪਾਰ ਅਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਗੁਰ ਸ਼ਬਦ ਨੇ ਸਾਨੂੰ ਪਾਰ ਲੰਘਾ ਦੇਣਾ ਹੈ। ਅਸੀਂ ਕੰਮਕਾਰ ਵੀ ਇਵੇਂ ਕਰਦੇ ਰਹਿਣਾ ਵਾ। ਇਹ ਐਸੀ ਭਗਤੀ ਹੈ ਤੁਸੀਂ ਕੰਮਕਾਰ ਕਰਦੇ ਹੋਏ ਵੀ ਕਰ ਸਕਦੇ ਆ। ਘਰਾਂ ਦੇ ਵਿੱਚ ਵੀ ਕੰਮਕਾਰ ਕਰਦੇ ਵੀ ਤੁਸੀਂ ਸੁਣ ਸਕਦੇ ਹੋ। ਇਹ ਜ਼ਰੂਰੀ ਨਹੀਂ ਵੀ ਤੁਸੀਂ ਕੰਮ ਛੱਡ ਕੇ ਹੀ ਇਹਨੂੰ ਸੁਣਨਾ ਵਾ। ਧਿਆਨ ਹੀ ਲਾਉਣਾ ਵਾ। ਹੌਲੀ ਹੌਲੀ ਜਿਵੇਂ ਗਿਆਨ ਵਧੀ ਜਾਂਦਾ ਫਿਰ ਧਿਆਨ ਬਣ ਜਾਂਦਾ ਵਾ। ਆਓ ਸਾਰੇ ਮਿਲ ਕੇ ਆਪਾਂ ਕੁਦਰਤ ਦੀ ਰਹਿਮਤ ਲਈਏ, ਇਹਨੂੰ ਸਮਝੀਏ, ਫਿਰ ਸਾਨੂੰ ਸਮਝ ਆ ਜਾਵੇ ਜਿਹੜੀ ਉਹ ਪ੍ਰਹਲਾਦ ਦੀ ਕਹਾਣੀ ਹੈ ਅਸਲ ਕੀ ਗੱਲ ਹੈ। ਗੁਰੂ ਸਾਹਿਬਾਨਾਂ ਤੋਂ ਬਿਨਾਂ ਸਾਨੂੰ ਸਮਝ ਨਹੀਂ ਆਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।